ਦੇਸ਼ਾਂ ਵਿਦੇਸ਼ਾਂ ਵਿੱਚ ਵਸਦੇ ਸਾਰੇ ਪੰਜਾਬੀਆਂ ਨੂੰ ਮੇਰੇ ਅਰਸ਼ ਸਿੱਧੂ ਵੱਲੋਂ ਜੀ ਆਇਆਂ ਨੂੰ। ਤੁਸੀਂ ਦੇਖ ਰਹੇ ਹੋ ਵਿਰਾਸਤ ਟੀਵੀ ਤੇ ਸਾਡਾ ਖਾਸ ਪ੍ਰੋਗਰਾਮ ਸਤਿ ਸ਼੍ਰੀ ਅਕਾਲ। ਹਰ ਰੋਜ਼ ਦੀ ਤਰ੍ਹਾਂ ਮੇਰੇ ਨਾਲ ਨੇ ਲਾਪਰੀ ਸੰਧੂ। ਆਓ ਉਹਨਾਂ ਦਾ ਸਵਾਗਤ ਕਰਦੇ ਹਾਂ। ਪ੍ਰੋਗਰਾਮ ਸਤਿ ਸ਼੍ਰੀ ਅਕਾਲ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। शुक्रिया। ਇੱਕ ਵਾਰੀ ਪੰਜਾਬ ਦੇ ਮੌਸਮ ਦੀ ਹਾਲ ਬਿਆਨੀ ਜ਼ਰੂਰ ਕਰ ਦਿਓ। ਜੇਕਰ ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਲੰਘੇ ਦਿਨੀ ਸੋਹਣੀ ਧੁੱਪ ਲੱਗੀ ਹੈ ਜੀ। ਧੁੱਪ ਲੱਗਣ ਦੇ ਨਾਲ ਜਿਹੜੀ ਨਿੱਘ ਹੈ ਉਹ ਲੋਕਾਂ ਨੂੰ ਜ਼ਰੂਰ ਮਾਣੀ ਹੈ। ਤੇ ਨਾਲ ਜਿਹੜੀ ਮੈਂ ਗੱਲਬਾਤ ਕੀਤੀ ਸੀ ਕੱਲ, ਆਪਾਂ ਦੱਸਿਆ ਸੀਗਾ ਜਿਹੜੀ ਧੁੱਪ ਦੇ ਨਾਲ ਠੰਡੀਆਂ ਹਵਾਵਾਂ ਉਹ ਚੱਲ ਰਹੀਆਂ ਨੇ, ਪਰ ਲੰਘੇ ਕੱਲ ਜਿਹੜੀ ਹਵਾ ਉਹ ਨਹੀਂ ਚੱਲੀ ਤੇ ਧੁੱਪ ਦਾ ਆਨੰਦ ਲੋਕ ਮਾਣ ਰਹੇ ਨੇ। ਤਾਂ ਮੌਸਮ ਵਿਭਾਗ ਦਾ ਕਹਿਣਾ ਵੀ ਆਉਣ ਵਾਲੇ ਕੁਝ ਕੁ ਦਿਨਾਂ ਦੇ ਵਿੱਚ, ਕਹਿਣਾ ਕੁਝ ਘੰਟਿਆਂ ਦੇ ਵਿੱਚ ਨਾ ਤਾਂ ਕੋਈ ਪੰਜਾਬ ਦੇ ਵਿੱਚ ਮੀਂਹ ਦੇ ਉਦੇਸ਼ ਨੇ ਤੇ ਨਾ ਹੀ ਜਿਹੜੇ ਠੰਡੀਆਂ ਹਵਾਵਾਂ ਚੱਲਣੀਆਂ ਨੇ, ਜਾਂ ਮੈਂ ਕਹਿ ਲਾ ਜਿਹੜੀਆਂ ਵੀ ਲਹਿਰਾਂ ਚੱਲਦੀਆਂ ਨੇ ਉਹ ਨਹੀਂ ਆਉਣਗੀਆਂ। ਉਹਨੇ ਕਿਹਾ ਵੀ ਇਸੇ ਤਰ੍ਹਾਂ ਜਿਹੜਾ ਮੌਸਮ ਹੈ ਉਹ ਵਧੀਆ ਰਹੂਗਾ, ਧੁੱਪ ਲੱਗਦੀ ਰਹੂ ਕਿਤੇ ਨਾ ਕਿਤੇ। ਬਜ਼ੁਰਗ ਬੈਠੇ ਇਸ ਧੁੱਪ ਦਾ ਜਿਹੜਾ ਆਨੰਦ ਲੈ ਰਹੇ ਨੇ। ਪੰਜਾਬ ਦਾ ਜਿਹੜਾ ਮੌਸਮ ਹੈ ਉਹ ਚੰਗਾ ਹੋ ਗਿਆ ਜੀ। ਇੰਜ ਲੱਗਦਾ ਵੀ ਜਿਹੜੀਆਂ ਗਰਮੀਆਂ ਨੇ ਉਹ ਸ਼ੁਰੂ ਹੋ ਗਈਆਂ ਨੇ। ਪਹਾੜੋਂ ਡਿੱਗਿਆ ਬੰਦਾ ਤਾਂ ਖੜਾ ਹੋ ਸਕਦਾ ਹੈ, ਪਰ ਕਦੇ ਵੀ ਕਿਸੇ ਦੀਆਂ ਨਜ਼ਰਾਂ 'ਚੋਂ ਡਿੱਗਿਆ ਬੰਦਾ ਖੜਾ ਨਹੀਂ ਹੋ ਸਕਦਾ। ਤਾਂ ਹਮੇਸ਼ਾ ਤੁਸੀਂ ਇਹ ਸੋਚ ਕੇ ਕੰਮ ਕਰੋ ਕਿ ਤੁਸੀਂ ਕਿਸੇ ਦੀਆਂ ਨਜ਼ਰਾਂ 'ਚੋਂ ਨਹੀਂ ਡਿੱਗਣਾ, ਕਿਉਂਕਿ ਬਾਅਦ 'ਚ ਪਛਤਾਉਣ ਨਾਲ ਕੁਝ ਨਹੀਂ ਹੁੰਦਾ। ਆਪਾਂ ਇੱਕ ਕਹਾਵਤ ਵੀ ਸੁਣੀ ਹੈ ਕਿ ਅਬ ਪਛਤਾਏ ਹੋਤ ਕਿਆ ਜਬ ਚਿੜੀਆ ਚੁੱਗੀ ਖੇਤ। ਤਾਂ ਪਹਿਲਾਂ ਕੀ ਹੈ, ਸੋਚ ਸਮਝ ਕੇ ਆਪਦਾ ਕੰਮ ਕਰੋ। ਜੀ ਤੁਸੀਂ ਨਾ ਬੜਾ ਸੋਹਣਾ ਵਿਚਾਰ ਦੀ ਗੱਲ ਕੀਤੀ ਆ। ਅਸਲ 'ਚ ਹੁੰਦਾ ਵੀ ਇਹੀ ਹੈ, ਜਿੰਨਾ ਚਿਰ ਆਪਾਂ ਕੋਈ ਕੰਮ ਕਰਦੇ ਆ, ਜਦੋਂ ਆਪਾਂ ਉਸ ਕੰਮ ਤੇ ਧਿਆਨ ਦਿੰਦੇ ਆ, ਆਪਾਂ ਨੂੰ ਹਮੇਸ਼ਾ ਜ਼ਿੰਦਗੀ ਦੇ ਵਿੱਚ ਇਹੀ ਚਾਹੀਦਾ ਵੀ ਆਪਾਂ ਜੋ ਵੀ ਕੰਮ ਕਰੀਏ, ਜਿੰਨਾ ਕੰਮ ਕਰੀਏ, ਕੰਮ ਦਾ ਮਤਲਬ ਇਹ ਨਹੀਂ ਹੁੰਦਾ ਵੀ ਜੇਕਰ ਤੁਸੀਂ ਕਮਾਈ ਕਰਦੇ ਹੋ ਤਾਂ ਕਮਾਈ ਤੁਹਾਡੇ ਕੋਲੇ ਇੱਕ ਦਿਨ 'ਚ ਬਹੁਤ ਆ ਜੂ, ਜਾਂ ਤੁਸੀਂ 2-3 ਦਿਨਾਂ ਦੇ ਵਿੱਚ ਇੰਨੀ ਕਮਾਈ ਕਰ ਲਓਗੇ ਵੀ ਸਾਰੀ ਉਮਰ ਕਮਾਉਣ ਦੀ ਲੋੜ ਪੈਣੀ। ਇੱਕ ਜਿਹੜੀ ਕਮਾਈ ਹੈ ਆਪਣੀ ਜ਼ਿੰਦਗੀ ਦਾ ਸਾਧਨ ਹੈ। ਜਿਵੇਂ ਜਿਵੇਂ ਜ਼ਿੰਦਗੀ ਚੱਲਦੀ ਹੈ, ਜਿਵੇਂ ਜਿਵੇਂ ਸਮਾਂ ਬੀਤਦਾ, ਤੁਸੀਂ ਉਵੇਂ ਉਵੇਂ ਕਮਾਉਂਦੇ ਹੋ, ਉਵੇਂ ਉਵੇਂ ਖਾਂਦੇ ਹੋ, ਉਵੇਂ ਉਵੇਂ ਆਪਦੀਆਂ ਜਿਹੜੀਆਂ ਖੁਆਇਸ਼ਾਂ ਨੇ ਪੂਰੀਆਂ ਕਰਦੇ ਹੋ ਜੀ। ਆਪਾਂ ਕਈ ਵਾਰੀ ਸੋਚਦੇ ਹੁੰਦੇ ਆ ਵੀ ਜੇਕਰ ਆਪਾਂ ਇੱਕੋ ਵਾਰ 'ਚ ਇੰਨਾ ਪੈਸਾ ਕਮਾ ਲਈਏ ਵੀ ਆਪਾਂ ਨੂੰ ਸਾਰੀ ਉਮਰ ਕਮਾਉਣ ਦੀ ਲੋੜ ਨਾ ਪਵੇ। ਪਰ ਇਸ ਤਰ੍ਹਾਂ ਨਾਲ ਕੀ ਹੁੰਦਾ, ਕਈ ਵਾਰੀ ਨਾ ਆਪਾਂ ਪੈਸਾ ਤਾਂ ਇਸ ਤਰ੍ਹਾਂ ਨਾਲ ਕਮਾ ਲੈਂਦੇ ਆ ਗਲਤ ਕੰਮਾਂ ਦੇ ਵਿੱਚ, ਫਿਰ ਉਹ ਜ਼ਿੰਦਗੀ ਟੱਪਣ ਦੀ ਬਜਾਏ ਜ਼ਿੰਦਗੀ ਔਖੀ ਹੋ ਜਾਂਦੀ ਹੈ ਲੰਘਾਉਣੀ। ਕਿਉਂਕਿ ਫਿਰ ਉਹ ਕਈ ਵਾਰੀ ਆਪਾਂ ਇਹੋ ਜਿਹੇ ਕੰਮ ਕਰ ਲੈਂਦੇ ਆ ਜਿਹੜੇ ਕੰਮ ਦੇ ਵਿੱਚ ਫਿਰ ਆਪਾਂ ਲੋਕਾਂ ਦੀਆਂ ਨਜ਼ਰਾਂ 'ਚੋਂ ਡਿੱਗ ਪੈਂਦੇ ਆ। ਆਪਾਂ ਨੂੰ ਲੋਕ ਬੁਲਾਉਣ ਲੱਗਿਆ 100 ਵਾਰੀ ਸੋਚਦੇ ਨੇ ਵੀ ਇਹਨੂੰ ਬੁਲਾਈਏ ਕਿ ਨਾ ਬੁਲਾਈਏ। ਯਾਰ ਇਹਨੇ ਤਾਂ ਆਹ ਕੰਮ ਕੀਤਾ, ਜੇਕਰ ਇਹਨੂੰ ਬੁਲਾ ਲਿਆ ਕਿਤੇ ਸਾਨੂੰ ਹੀ ਨਾ ਪੁਲਿਸ ਫੜ ਕੇ ਲੈ ਜੀ, ਜੇਕਰ ਇਹ ਫੜੇਗੀ ਤਾਂ ਅਸੀਂ ਨਾ ਫੜੇ ਜਾਈਏ। ਤਾਂ ਤੁਸੀਂ ਉਦੋਂ ਆਪਦੀਆਂ ਨਜ਼ਰਾਂ 'ਚੋਂ ਸਭ ਨੂੰ ਪਹਿਲਾਂ ਡਿੱਗਦੇ ਹੋ, ਫਿਰ ਲੋਕਾਂ ਦੀਆਂ 'ਚੋਂ ਡਿੱਗਦੇ ਹੋ। ਕਿਉਂਕਿ ਅਕਸਰ ਆਪਾਂ ਸਮਾਜ ਦੇ ਵਿੱਚ ਰਹਿੰਦੇ ਹਾਂ ਤੇ ਜਿਹੜੇ ਸਮਾਜ ਦੇ ਵਿੱਚ ਆਪਾਂ ਰਹਿੰਦੇ ਆ ਉੱਥੋਂ ਕੀ ਲੋਕ ਭਾਲਦੇ ਨੇ, ਕੀ ਉਹ ਸਮਾਜ ਦੇ ਵਿੱਚ ਲੋਕ ਚਾਹੁੰਦੇ ਨੇ। ਲੋਕ ਚਾਹੁੰਦੇ ਨੇ ਚੰਗੇ ਇਨਸਾਨ ਬਣੋ, ਚੰਗੇ ਨਿਯਮ ਸਿੱਖੋ, ਚੰਗੀ ਤਰ੍ਹਾਂ ਰਹਿਣ ਬਸੇਰਾ ਰੱਖੋ, ਆਪਦੇ ਨਾਲਦਿਆਂ ਨਾਲ, ਆਪਦੇ ਗੁਆਂਢੀਆਂ ਦੇ ਨਾਲ, ਆਪਦੇ ਪਰਿਵਾਰ ਦੇ ਨਾਲ ਵਧੀਆ ਪ੍ਰੇਮ ਰੱਖੋ। ਕਿਉਂਕਿ ਜ਼ਿੰਦਗੀ ਦੇ ਵਿੱਚ ਅਰਸ਼ ਜੀ ਆਪਾਂ ਨੂੰ ਵੀ ਪਤਾ ਵੀ ਪੈਸਾ ਬਹੁਤ ਛੇਤੀ ਕੰਮ ਨਹੀਂ ਆਉਂਦਾ। ਜਿੱਥੇ ਪੈਸਾ ਕੰਮ ਆਉਂਦਾ, ਮੰਨਦੇ ਆ ਪੈਸਾ ਹਰੇਕ ਜ਼ਿੰਦਗੀ ਦੀ ਲੋੜ ਹੈ, ਜ਼ਿੰਦਗੀ ਨੂੰ ਚਲਾਉਣ ਦੇ ਲਈ ਪੈਸੇ ਦੀ ਲੋੜ ਆ, ਪਰ ਇਕੱਲਾ ਪੈਸਾ ਵੀ ਕੀ ਕਰੂ ਜੇ ਤੁਹਾਡੇ ਕੋਲੇ 4 ਬੰਦੇ ਆ ਕੇ ਨਹੀਂ ਖੜਦੇ, ਜੇਕਰ ਕੋਈ ਤੁਹਾਡਾ ਆ ਕੇ ਹਾਲ ਨਹੀਂ ਪੁੱਛਦਾ। ਕਈ ਵਾਰੀ ਬੰਦਾ ਬਿਮਾਰ ਹੋ ਜੇ ਘਰ ਦੇ ਵਿੱਚ, ਉਹ ਬਿਮਾਰ ਹੋ ਜਾਂਦਾ। ਜੇਕਰ ਆਪਣੇ ਕੋਲੇ ਇਕੱਲਾ ਪੈਸਾ, ਤਾਂ ਡਾਕਟਰ ਤਾਂ ਨਹੀਂ ਆਪਣੇ ਕੋਲੇ ਪੈਸਾ ਲੈਣ ਆਊਗਾ ਵੀ ਲੈ ਤੇਰੇ ਕੋਲੇ ਪੈਸਾ ਮੈਂ ਤੇਰਾ ਇਲਾਜ ਕਰ ਦਿੰਦਾ। ਜਿੰਨਾ ਚਿਰ ਆਪਾਂ ਨੂੰ ਕੋਈ ਚੱਕ ਕੇ ਉਹਦੇ ਕੋਲੇ ਨਾਲ ਜਾਊਗਾ ਇਕੱਲਾ ਪੈਸਾ, ਉਹਨਾਂ ਚਿਰ ਕੀ ਕਰੂਗਾ। ਸੋ ਆਪਾਂ ਨੂੰ ਰਿਸ਼ਤਿਆਂ ਨੂੰ ਅਹਿਮੀਅਤ ਦੇਣੀ ਚਾਹੀਦੀ ਹੈ, ਪੈਸਿਆਂ ਨੂੰ ਨਹੀਂ ਦੇਣੀ ਚਾਹੀਦੀ। ਕਿਉਂਕਿ ਇੱਕ ਵਾਰੀ ਜਿਹੜਾ ਬੰਦਾ ਨਜ਼ਰਾਂ 'ਚੋਂ ਡਿੱਗ ਜੇ ਨਾ, ਫਿਰ ਉਹ ਛੇਤੀ ਉੱਠਦਾ ਨਹੀਂ। ਤੇ ਨਜ਼ਰਾਂ 'ਚੋਂ ਡਿੱਗਿਆ ਬੰਦਾ ਛੇਤੀ ਉੱਠ ਕਿਵੇਂ ਨਹੀਂ ਸਕਦਾ, ਕਿਉਂਕਿ ਉਹ ਇਹ ਸੋਚ ਲੈਂਦੇ ਨੇ, ਫਿਰ ਲੋਕਾਂ ਦੀ ਮਨਾਂ ਦੇ ਵਿੱਚ ਹੋ ਜਾਂਦਾ ਵੀ ਯਾਰ ਇਹਨੂੰ ਬੋਲਣ ਦੀ ਅਕਲ ਨਹੀਂ, ਇਹਨੂੰ ਸਮਾਜ ਦੇ ਵਿੱਚ ਰਹਿਣਾ ਸਹਿਣਾ ਨਹੀਂ ਆਉਂਦਾ, ਇਹ ਲੋਕਾਂ ਨਾਲ ਲੜਦਾ ਹੈ। ਕਈ ਵਾਰੀ ਆਪਾਂ ਲੜ ਪੈਂਦੇ ਆ। ਹਾਲਾਂਕਿ ਕਈ ਵਾਰੀ ਕੀ ਹੁੰਦਾ ਨਾ, ਲੋਕ ਜਦੋਂ ਇੱਕ ਦੂਜੇ ਵੱਲ ਦੇਖਦੇ ਆ, ਉਹ ਕਈ ਵਾਰੀ ਗਲਤ ਸ਼ੱਕ ਨਹੀਂ ਦੇਖ ਲੈਂਦੇ ਆ ਵੀ ਯਾਰ ਇਹ ਤਾਂ ਇਹੋ ਜਿਹਾ ਬੰਦਾ ਹੋ ਸਕਦਾ। ਹਾਲਾਂਕਿ ਕਈ ਵਾਰੀ ਕੀ ਹੁੰਦਾ, ਆਪਾਂ ਇਹੋ ਜਿਹੀ ਸਿਚੁਏਸ਼ਨ ਦੇ ਵਿੱਚ ਹੁੰਦੇ ਆ, ਜਾਂ ਮੈਂ ਕਹਿ ਲਾ ਵੀ ਇਹੋ ਜਿਹੇ ਸਮੇਂ ਦੇ ਵਿੱਚ ਹੁੰਦੇ ਆ ਜਦੋਂ ਆਪਾਂ ਕਿਸੇ ਨਾਲ ਲੜਦੇ ਆ ਜਾਂ ਬੋਲਦੇ ਆ, ਉਸ ਦੀ ਗਲਤੀ ਹੋ ਸਕਦੀ ਹੈ ਪਰ ਆਪਣੀ ਨਹੀਂ ਹੋ ਸਕਦੀ, ਪਰ ਆਪਾਂ ਕਿਸੇ ਦੀਆਂ ਨਜ਼ਰਾਂ 'ਚ ਡਿੱਗ ਪੈਂਦੇ ਆ। ਉਹ ਜਦੋਂ ਆਪਾਂ ਨੂੰ ਦੂਰੋਂ ਦੇਖਦਾ ਉਹਨੂੰ ਇਹ ਲੱਗਦਾ ਵੀ ਹੋ ਸਕਦਾ ਯਾਰ ਇਹਦੀ ਗਲਤੀ ਹੋਵੇ ਜਿਵੇਂ ਬੋਲ ਰਿਹਾ। ਸੋ ਸਾਨੂੰ ਹਮੇਸ਼ਾ ਸਮਾਜ ਦੇ ਵਿੱਚ ਸੋਚ ਸਮਝ ਕੇ ਬੋਲਣਾ ਚਾਹੀਦਾ ਹੈ। ਜੋ ਵੀ ਕੰਮ ਕਰਨਾ ਚਾਹੀਦਾ ਉਹ ਸੋਚ ਸਮਝ ਕੇ ਕਰਨਾ ਚਾਹੀਦਾ। ਤੇ ਜੇਕਰ ਮੈਂ ਇਸ ਤੋਂ ਅਗਲੇ ਵਿਚਾਰ ਦੀ ਗੱਲ ਕਰਾਂ, ਤੁਸੀਂ ਜਦੋਂ ਵੀ ਕੋਈ ਕੰਮ ਕਰਦੇ ਹੋ ਜਾਂ ਤੁਸੀਂ ਜਿਹੜੀ ਵੀ ਆਪਦੀ ਮੰਜ਼ਿਲ ਠਾਣਦੇ ਹੋ, ਤੁਸੀਂ ਆਪਣਾ ਧਿਆਨ ਸਾਰਾ ਉਸ ਮੰਜ਼ਿਲ ਵੱਲ ਰੱਖੋ, ਨਾ ਕਿ ਆਪਦੇ ਡਰ ਵੱਲ। ਕਈ ਵਾਰੀ ਅਰਸ਼ ਜੀ ਕੀ ਹੁੰਦਾ, ਜਦੋਂ ਨਾ ਆਪਾਂ ਕੋਈ ਕੰਮ ਕਰੀਏ, ਜਦੋਂ ਆਪਾਂ ਕੋਈ ਕੰਮ ਸ਼ੁਰੂ ਕਰੀਏ, ਆਪਦੀ ਮੰਜ਼ਿਲ ਮਿੱਥ ਲਈ ਆਪਾਂ ਇੱਥੇ ਜਾਣਾ ਤੇ ਆਪਣਾ ਮੰਜ਼ਿਲ ਵੱਲ ਰਾਹ ਤਾਂ ਲੱਭ ਲੈਂਦੇ ਆ, ਪਰ ਫਿਰ ਆਪਾਂ ਸਭ ਤੋਂ ਪਹਿਲਾਂ ਡਰ ਕਿਹੜੀ ਚੀਜ਼ ਤੋਂ ਲੱਗਦਾ ਵੀ ਜਿਹੜੇ ਰਾਹ ਦੇ ਵਿੱਚ ਰੁਕਾਵਟਾਂ ਆਉਣਗੀਆਂ, ਜਾਂ ਜਿਹੜੀ ਚੀਜ਼ ਤੋਂ ਆਪਾਂ ਡਰ ਲੱਗਦਾ ਆਪਾਂ ਨੂੰ ਵੀ ਹਾਂ ਯਾਰ ਮੈਂ ਆਹ ਚੀਜ਼ ਤੋਂ ਡਰਦਾ ਤੇ ਮੇਰੀ ਮੰਜ਼ਿਲ ਦੇ ਵਿੱਚ ਇਹ ਰੁਕਾਵਟ ਆਉਣੀ ਆ, ਤਾਂ ਆਪਾਂ ਸਭ ਤੋਂ ਪਹਿਲਾਂ ਉਸ ਵੱਲ ਧਿਆਨ ਦਿੰਦੇ ਆ। ਤਾਂ ਉਸ ਤੋਂ ਆਪਾਂ ਨੂੰ ਕੀ ਹੁੰਦਾ, ਇਹਦਾ ਹਾਨੀਕਾਰਕ ਹੀ ਇਹ ਹੈ, ਹਾਨੀ ਇਹਦੀ ਇਹ ਹੈ ਵੀ ਸਭ ਤੋਂ ਪਹਿਲਾਂ ਆਪਣੇ ਮਨ 'ਚ ਡਰ ਆਉਂਦਾ। ਇਹ ਨਹੀਂ ਆਪਣੇ ਮਨ 'ਚ ਆਉਂਦਾ ਵੀ ਆਪਾਂ ਉਹ ਮੰਜ਼ਿਲ 'ਤੇ ਜਾ
ਧਿਆਨ ਆ ਆਪਾਂ ਨੂੰ ਕੀ ਕਰਨਾ ਚਾਹੀਦਾ, ਆਪਾਂ ਨੂੰ ਮੰਜ਼ਿਲ ਵੱਲ ਧਿਆਨ ਦੇਣਾ ਚਾਹੀਦਾ, ਉਹਦੇ ਰਾਹ ਦੇਖਣੇ ਚਾਹੀਦੇ ਆ ਕਿਹੋ ਜਿਹੇ ਆ, ਰਾਹਾਂ ਨੂੰ ਪਾਰ ਕਿਵੇਂ ਕਰਨਾ। ਤੇ ਪਰ ਕਈ ਵਾਰੀ ਆਪਣੇ ਤਾਂ ਇਹ ਫਿਤਰਤ ਹੀ ਹੈ ਵੀ ਆਪਾਂ ਸਭ ਤੋਂ ਪਹਿਲਾਂ ਡਰ ਜਾਂਦੇ ਆ, ਆਪਾਂ ਸਭ ਤੋਂ ਪਹਿਲਾਂ ਉਹ ਚੀਜ਼ ਦੇਖਦੇ ਜਿਹੜੀ ਆਪਾਂ ਨੂੰ ਡਰਾਉਂਦੀ ਆ ਵੀ ਯਾਰ ਆਹ ਚੀਜ਼ ਤੋਂ ਮੈਂ ਡਰਦਾ। ਕਈ ਵਾਰੀ ਕੀ ਹੁੰਦਾ ਨਾ ਜੀ, ਆਪਾਂ ਗੱਲ ਕਰਦੇ ਆ ਪਾਣੀ ਦੀ ਜਾਂ ਆਪਾਂ ਗੱਲ ਕਰਦੇ ਆ ਬੱਚਿਆਂ ਦੀ, ਕਈ ਵਾਰੀ ਕੀ ਹੁੰਦਾ ਨਾ ਕੋਈ ਤੈਰਾਕੀ ਕਰਦਾ ਜਾਂ ਮੈਂ ਕੋਈ ਕਹਿ ਲਾਂ ਵੀ ਸਵੀਮਿੰਗ ਕਰਦਾ, ਉਹਨਾਂ ਸਵੀਮਿੰਗ ਕਰਦਾ ਸਭ ਤੋਂ ਪਹਿਲਾਂ ਜਦੋਂ ਛੋਟਾ ਹੁੰਦਾ ਤੇ ਉਹ ਬੱਚਾ ਨਾ ਪਾਣੀ 'ਚ ਡਰਦਾ ਹੁੰਦਾ, ਉਹ ਕਹਿੰਦਾ ਵੀ ਯਾਰ ਮੈਨੂੰ ਤਾਂ ਪਾਣੀ ਤੋਂ ਬਹੁਤ ਡਰ ਲੱਗਦਾ, ਤੇ ਸੁਪਨਾ ਉਹਦਾ ਕੀ ਹੁੰਦਾ ਵੀ ਉਹਨੇ ਸਵੀਮਰ ਬਣਨਾ ਜਾਂ ਉਹਨੇ ਬਹੁਤ ਤਗੜਾ ਇੱਕ ਤੈਰਾਕੀ ਬਣਨਾ, ਪਹਿਲੇ ਦਿਲ ਸਿੱਟੇ। ਹਾਂਜੀ, ਉਹ ਪਹਿਲਾ ਦਿਲ ਸਿੱਟ ਲੈਂਦਾ ਵੀ ਜਿਹੜਾ ਕੰਮ ਮੇਰਾ ਜਿਹੜਾ ਉਦੇਸ਼ ਹੈ ਉਹਦੇ 'ਚ ਕੀ ਹੈ, ਉਦੇਸ਼ 'ਚ ਮੇਰਾ ਕੰਮ ਹੀ ਹੈ ਵੀ ਮੈਂ ਪਾਣੀ 'ਚ ਤੈਰਨਾ। ਕਿਉਂਕਿ ਆਪਾਂ ਨੂੰ ਵੀ ਪਤਾ ਜੇ ਸਵੀਮਿੰਗ ਕਰਨੀ ਆ ਸਾਰਿਆਂ ਨਾਲੋਂ ਨੇੜਾ, ਸਾਰਿਆਂ ਨਾਲੋਂ ਮੁਹੱਬਤ ਆਪਾਂ ਨੂੰ ਕਿਹਦੇ ਨਾਲ ਚਾਹੀਦੀ ਹੈ, ਪਾਣੀ ਨਾਲ ਚਾਹੀਦੀ ਹੈ। ਜਿੰਨਾ ਚਿਰ ਆਪਣਾ ਪਾਣੀ ਨਾਲ ਮੋਹ ਪਿਆਰ ਨਹੀਂ, ਜਿੰਨਾ ਚਿਰ ਆਪਾਂ ਨੂੰ ਪਾਣੀ ਤੋਂ ਡਰ ਨਹੀਂ ਲੱਗਦਾ ਜਾਂ ਆਪਾਂ ਪਾਣੀ ਤੋਂ ਡਰ ਨਹੀਂ ਸਕਦੇ। ਕਈ ਵਾਰੀ ਕੀ ਹੁੰਦਾ ਬੰਦਾ ਪਹਿਲਾਂ ਡਰ ਜਾਂਦਾ, ਸੋ ਆਪਾਂ ਨੂੰ ਡਰਨਾ ਨਹੀਂ ਚਾਹੀਦਾ। ਜੇਕਰ ਤੁਹਾਡੀ ਜ਼ਿੰਦਗੀ ਦੇ ਵਿੱਚ ਤੁਸੀਂ ਉਦੇਸ਼ ਇਹੋ ਜਿਹੇ ਰੱਖੇ ਆ ਨਾ, ਤਾਂ ਫਿਰ ਤੁਹਾਨੂੰ ਚੱਲਣ ਦਾ ਹੌਸਲਾ ਵੀ ਰੱਖਣਾ ਪੈਣਾ। ਤੁਹਾਨੂੰ ਇਹ ਵੀ ਰੱਖਣਾ ਪੈਣਾ ਵੀ ਜੇਕਰ ਪਾਣੀ ਹੈ ਤਾਂ ਕੋਈ ਚੱਕਰ ਨਹੀਂ, ਆਪਾਂ ਉਸੇ ਪਾਣੀ ਨਾਲ ਹੀ ਨਹਾਉਂਦੇ ਆ, ਆਪਾਂ ਉਸੇ ਪਾਣੀ ਪੀਂਦੇ ਆ, ਉਹੀ ਪਾਣੀ ਦੀ ਆਪਾਂ ਵਰਤੋਂ ਕਰਦੇ ਆ। ਸੋ ਆਪਾਂ ਨੂੰ ਹਮੇਸ਼ਾ ਜ਼ਿੰਦਗੀ ਦੇ ਵਿੱਚ ਜੇਕਰ ਕੋਈ ਟੀਚੇ ਰੱਖੇ ਆ, ਉਹਨਾਂ ਟੀਚਿਆਂ ਤੇ ਪਹੁੰਚਣ ਲਈ ਆਪਾਂ ਨੂੰ ਉਸ ਚੀਜ਼ ਤੇ ਧਿਆਨ ਦੇਣਾ ਚਾਹੀਦਾ ਜਿਹੜਾ ਆਪਣਾ ਟੀਚਾ, ਨਾ ਕਿ ਬਲਕਿ ਉਹਨਾਂ ਚੀਜ਼ਾਂ ਤੇ ਧਿਆਨ ਦੇਣਾ ਚਾਹੀਦਾ ਜਿਹੜੀਆਂ ਤੁਹਾਡੇ ਟੀਚਿਆਂ ਨੂੰ ਪਿੱਛੇ ਲੈ ਕੇ ਜਾਂਦੀਆਂ ਨੇ, ਜਿਹੜੇ ਤੁਹਾਡੇ ਟੀਚਿਆਂ ਤੋਂ ਤੁਹਾਨੂੰ ਪਿੱਛੇ ਲੈ ਕੇ ਜਾਂਦੀਆਂ ਨੇ। ਉਹਨਾਂ ਚੀਜ਼ਾਂ ਤੇ ਧਿਆਨ ਦੇਣ ਦੀ ਬਜਾਏ ਤੁਸੀਂ ਆਪਦੇ ਟੀਚੇ, ਤੁਸੀਂ ਆਪਦੇ ਰਾਹ ਉਹਨਾਂ ਨੂੰ ਸਾਫ਼ ਕਰੋ, ਉਹਨਾਂ ਤੇ ਚੱਲੋ, ਮਿਹਨਤ ਕਰੋ। ਸਭ ਤੋਂ ਵੱਡੀ ਗੱਲ ਹੈ ਜਿੰਨਾ ਚਿਰ ਆਪਾਂ ਮਿਹਨਤ ਕਰਾਂਗੇ, ਜਿੰਨਾ ਚਿਰ ਆਪਣਾ ਹੌਸਲਾ ਬੁਲੰਦ ਹੈ, ਫਿਰ ਆਪਾਂ ਪੱਥਰ ਵੀ ਢਾਹ ਸਕਦੇ ਹੋ। ਕਹਿੰਦੇ ਹੁੰਦੇ ਨਾ ਵੀ ਬੰਦੇ 'ਚ ਇੰਨੀ ਕੁ ਹਿੰਮਤ ਹੈ ਜੇਕਰ ਉਹ ਆਪਦੇ ਹੌਸਲੇ ਬੁਲੰਦ ਰੱਖੇ ਤਾਂ ਪੱਥਰਾਂ ਨੂੰ ਵੀ ਸਿੱਟ ਸਕਦਾ। ਪਰ ਜਦੋਂ ਤੁਹਾਡੇ ਕੋਲੇ ਹੌਸਲਾ ਨਹੀਂ ਫਿਰ ਤੁਸੀਂ ਇੱਟ ਵੀ ਨਹੀਂ ਚੱਕ ਸਕਦੇ। ਜਿੰਨਾ ਚਿਰ ਤੁਹਾਡੇ 'ਚ ਹੌਸਲਾ ਤੁਸੀਂ ਪੱਥਰ ਵੀ ਢਾਹ ਸਕਦੇ ਹੋ। ਜਦੋਂ ਤੁਸੀਂ ਹੌਸਲੇ ਸਿੱਟ ਗਏ ਫਿਰ ਆਪਾਂ ਇੱਟ ਚੱਕਣ, ਕਈ ਵਾਰੀ ਕੀ ਹੁੰਦਾ ਅਗਲਾ ਕਹਿੰਦਾ ਯਾਰ ਮੈਂ ਇੰਨੀਆਂ ਇੱਟਾਂ ਚੱਕ ਦੂੰਗਾ। ਜੇਕਰ ਤੁਹਾਡੇ ਕੋਲੇ ਹੌਸਲਾ ਤਾਂ ਤੁਸੀਂ ਚੱਕ ਸਕਦੇ ਹੋ, ਪਰ ਕਈ ਵਾਰੀ ਆਪਣੇ 'ਚ ਤਾਕਤ ਹੋ ਸਕਦੀ ਹੈ, ਆਪਣੀ ਬੋਡੀ ਉਹੋ ਜਿਹੀ ਹੋ ਸਕਦੀ ਹੈ, ਕੰਮ ਕਰਨ ਵਾਲੀ ਬੋਡੀ ਹੋ ਸਕਦੀ ਹੈ, ਪਰ ਅੰਦਰਲਾ ਜਜ਼ਬਾ, ਅੰਦਰਲਾ ਹੌਸਲਾ ਨਹੀਂ ਆਪਾਂ ਨੂੰ ਕੰਮ ਕਹਿੰਦਾ ਵੀ ਆਪਾਂ ਕਰ ਸਕਦੇ ਆ। ਉਹਨਾਂ ਚਿਰ ਤਾਂ ਫਿਰ ਭਾਵੇਂ ਇੱਟ ਹੀ ਹੋਵੇ ਆਪਾਂ ਉਹ ਵੀ ਨਹੀਂ ਚੱਕ ਸਕਦੇ। ਸੋ ਆਪਾਂ ਨੂੰ ਆਪਦੇ ਸਰੀਰ ਦੇ ਮੁਤਾਬਕ ਹੌਸਲਾ ਵੀ ਰੱਖਣਾ ਪੈਂਦਾ ਵੀ ਜੇਕਰ ਆਪਣਾ ਇੰਨਾ ਸਰੀਰ ਕੰਮ ਕਰਨ ਜੋਗਾ ਹੈਗਾ ਤੇ ਉਹਨਾਂ ਹੌਸਲਾ ਵੀ ਹੋਣਾ ਚਾਹੀਦਾ। ਇਸ ਦੇ ਨਾਲ ਜਿਹੜੇ ਆਪਣੇ ਟੀਚੇ ਆ ਸੌਖੇ ਹੋ ਜਾਣਗੇ, ਆਪਣੇ ਏਮ ਛੇਤੀ ਪਹੁੰਚਣ ਜੋਗੇ ਹੋ ਜਾਣਗੇ। ਮਿਹਨਤ ਕਰਦੇ ਰਹਿਣਾ ਚਾਹੀਦਾ, ਮਿਹਨਤ ਹੀ ਸਫਲਤਾ ਦੀ ਕੁੰਜੀ ਹੈ ਜੀ। ਜਿੱਥੇ ਅਸੀਂ ਪੰਜਾਬ 'ਚ ਗਨ ਕਲਚਰ ਦੀ ਗੱਲ ਕਰਦੇ ਹਾਂ, ਪੰਜਾਬ 'ਚ ਅਸੀਂ ਦੇਖਦੇ ਹਾਂ ਵੀ ਜਿਹੜੀ ਲੋਕ ਹੈ ਇੱਕ ਗਨ ਕਲਚਰ ਬੈਨ ਹੋਣ ਦੀ ਬਜਾਏ ਵੀ ਸ਼ਰੇਆਮ ਜਿਹੜੇ ਗੈਂਗਸਟਰ ਆ ਉਹ ਆਪਦੇ ਹੱਥਾਂ 'ਚ ਹਥਿਆਰ ਲੈ ਕੇ ਘੁੰਮਦੇ ਆ ਜੀ। ਤਾਂ ਅਸੀਂ ਕੀ ਹੈ ਕਿ 2 ਮਿੰਟ ਦੀ ਆਪਦੀ ਖੁਸ਼ੀ ਵਾਸਤੇ ਕਿਸੇ ਦੀ ਜਾਨ ਹੈ ਜਿਹੜੀ ਉਹ ਦਾਅ ਤੇ ਲਗਾ ਦਿੰਦੇ ਆ। ਜਿਹੜੀ ਖੁਸ਼ੀ ਮੌਕਿਆਂ ਤੇ ਉੱਥੇ ਵੀ ਜਿਹੜੇ ਫਾਇਰ ਕੀਤੇ ਜਾਂਦੇ ਆ। ਤੇ ਇੱਥੇ ਕੀ ਹੁਣ ਤਰਨਤਾਰਨ 'ਚ ਪੱਟੀ ਕਸਬੇ ਵਿੱਚ ਕੀ ਹੈ ਇੱਕ ਕਿਸੇ ਦੇ ਵਿਆਹ ਵਿੱਚ ਕਿਸੇ ਲੜਕੇ ਵੱਲੋਂ ਫਾਇਰਿੰਗ ਕੀਤੀ ਗਈ ਹੈ। ਉਹਦੇ ਪਿਤਾ ਦੇ ਹਟਾਉਣ ਤੇ ਵੀ ਕੀ ਆ ਉਹ ਜਿਹੜਾ ਫਾਇਰਿੰਗ ਕਰਨੋਂ ਨਹੀਂ ਹਟਿਆ ਤੇ ਜਿਹੜੇ ਲਾੜੇ ਦੇ ਜੀਜੇ ਦੇ ਜਿਹੜੀ ਉਹ ਗੋਲੀ ਲੱਗੀ ਹੈ ਤਾਂ ਉਹਦੇ ਨਾਲ ਕੀ ਉਹਦੀ ਲੱਖਾਂ ਕਰੋੜਾਂ ਦੀ ਜਾਨ ਹੈ ਜਿਹੜੀ ਉਹ ਦਾਅ ਤੇ ਲੱਗ ਗਈ ਹੈ। ਜੀ ਦੇਖੋ ਜਿਸ ਹਿਸਾਬ ਨਾਲ ਪੰਜਾਬ ਦੀਆਂ ਸਰਕਾਰਾਂ ਕੰਮ ਕਰ ਰਹੀਆਂ ਨੇ, ਚਾਹੇ ਮੈਂ ਮੌਜੂਦਾ ਸਰਕਾਰ ਜੋ ਕਿ ਆਮ ਆਦਮੀ ਪਾਰਟੀ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦੀ ਸਰਕਾਰ ਹੈ, ਉਹਨਾਂ ਨੇ ਜਿਸ ਹਿਸਾਬ ਨਾਲ ਪਿੱਛੇ ਜੇ ਆਪਾਂ ਦੇਖਿਆ ਸੀ ਅਨਾਉਂਸਮੈਂਟ ਕੀਤੀ ਸੀ, ਐਲਾਨ ਕੀਤੇ ਸੀ, ਕਾਫੀ ਬਖੂਬੀ ਉਹਨਾਂ ਨੇ ਐਲਾਨ ਨਿਭਾਏ ਨੇ, ਕਾਫੀ ਬਖੂਬੀ ਉਹਨਾਂ ਨੇ ਐਲਾਨ ਕੀਤੇ ਨੇ। ਆਪਦੀ ਸੋਚ ਕਹਿ ਲਈਏ ਆਪਾਂ, ਉਹਨਾਂ ਦੀ ਸੋਚ ਨੂੰ ਵੀ ਸਲਾਮ ਕਰਦੇ ਆ। ਉਹਨਾਂ ਨੇ ਜੋ ਗੱਲਾਂ ਬਾਤਾਂ ਕੀਤੀਆਂ, ਜੋ ਉਹਨਾਂ ਨੇ ਅਸਰ ਪੰਜਾਬ ਦੇ ਵਿੱਚ ਦੇਖੇ ਸੀ, ਉਹਨਾਂ ਨੇ ਉਹਨਾਂ ਨੂੰ ਦੇਖਦਿਆਂ ਐਲਾਨ ਕੀਤੇ ਸੀ ਵੀ ਆਹ ਚੀਜ਼ਾਂ ਸਭ ਤੋਂ ਪਹਿਲਾਂ ਲੋੜ ਆ ਆਪਾਂ ਨੂੰ ਬੰਦ ਕਰਨ ਦੀ ਜੀ। ਤਾਂ ਉਸ ਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਦੇਖਿਆ ਸੀ ਉਹਨਾਂ ਨੇ ਕਿਹਾ ਸੀ ਵੀ ਇੱਕ ਤਾਂ ਸੋਸ਼ਲ ਮੀਡੀਆ, ਚਾਹੇ ਉਹ ਫੇਸਬੁੱਕ ਹੈ ਚਾਹੇ ਉਹ ਇੰਸਟਾਗ੍ਰਾਮ ਹੈ, ਆਪਾਂ ਉਸ 'ਤੇ ਹਥਿਆਰਾਂ ਨੂੰ ਲੈ ਕੇ ਕੋਈ ਫੋਟੋ ਨਹੀਂ ਪਾ ਸਕਦੇ। ਕਿਉਂਕਿ ਉਹਨਾਂ ਨੇ ਕਿਹਾ ਸੀ ਵੀ ਗਨ ਕਲਚਰ ਨੂੰ ਪ੍ਰਮੋਟ ਕਰਨਾ ਇਸ ਸਰਕਾਰ ਦਾ ਕੰਮ ਨਹੀਂ। ਇਹ ਸਰਕਾਰ ਦਾ ਕੰਮ ਹੈ ਵੀ ਗਨ ਕਲਚਰ ਨੂੰ ਪੰਜਾਬ ਦੇ ਵਿੱਚੋਂ ਖਤਮ ਕਰ ਦੇਣਾ। ਜਿਹੜੇ ਅਸਲੇ ਲਾਇਸੈਂਸਾਂ ਤੋਂ ਬਿਨਾਂ ਜਾਂ ਜਿਨ੍ਹਾਂ ਨੂੰ ਲਾਇਸੈਂਸੀ ਅਸਲਿਆਂ ਦੀ ਲੋੜ ਨਹੀਂ ਪਰ ਉਹਨਾਂ ਨੇ ਰੱਖੇ ਹੋਏ ਆ, ਉਹਨਾਂ ਤੋਂ ਲਾਇਸੈਂਸੀ ਅਸਲੇ ਵਾਪਸ ਲੈਣਾ ਤੇ ਇਹ ਸਭ ਕੁਝ 'ਤੇ ਕਾਰਵਾਈ ਕਰਨਾ ਸਾਡਾ ਸਭ ਤੋਂ ਪਹਿਲਾ ਮਕਸਦ ਹੈ। ਤੇ ਆਪਾਂ ਦੇਖਿਆ ਸੀ ਵੀ ਕਈ ਥਾਈਂ ਉਹਨਾਂ ਨੇ ਲਾਇਸੈਂਸੀ ਅਸਲੇ ਆ ਜਾਂ ਗੈਰ ਲਾਇਸੈਂਸੀ ਅਸਲੇ ਆ ਉਹ ਵੀ ਕਾਬੂ ਕੀਤੇ, ਕਈ ਕਾਰਵਾਈਆਂ ਕੀਤੀਆਂ। ਵਿਜੀਲੈਂਸ ਵੱਲੋਂ ਵੀ ਕਾਫੀ ਕਾਰਵਾਈਆਂ ਨਸ਼ੇ ਤੇ ਕਹਿ ਲਾਂ ਚਾਹੇ ਮੈਂ ਕਹਿ ਲਾਂ ਵੀ ਅਸਲੇ ਨੂੰ ਲੈ ਕੇ ਕੀਤੀਆਂ ਗਈਆਂ ਸੀ। ਤਾਂ ਉਸ ਤੋਂ ਬਾਅਦ ਜਦੋਂ ਆਪਾਂ ਗੱਲ ਕਰਦੇ ਹਾਂ ਪਿੱਛੇ ਜੇਕਰ ਮੈਂ ਗੱਲ ਕਰਾਂ ਇਸ ਖਬਰ ਦੀ ਗੱਲ ਤੋਂ ਪਹਿਲਾਂ, ਮੈਂ ਦੇਖਿਆ ਸੀ ਵੀ ਇੱਕ ਪੈਲਸ ਦੇ ਵਿੱਚ ਨਾ ਉੱਥੇ ਲੋਕਾਂ ਵੱਲੋਂ ਸ਼ੂਟਿੰਗ ਕੀਤੀ ਗਈ ਸੀ, ਚਾਹੇ ਉਹ ਆਪਾਂ ਕਹਿ ਲਈਏ ਵੀ ਚਾਹ ਦੇ ਵਿੱਚ ਕੀਤੀ ਗਈ ਸੀ। ਤਾਂ ਉੱਥੇ ਵੀ ਸ਼ੂਟਿੰਗ ਕਰਦਿਆਂ ਇੱਕ ਡਾਂਸਰ ਦੀ ਮੌਤ ਹੋ ਗਈ ਸੀ, ਕਿਉਂਕਿ ਜਦੋਂ ਉਹ ਡਾਂਸਰ ਨੱਚ ਰਹੀ ਸੀ ਤਾਂ ਇੱਕ ਥੱਲੇ ਖੜੇ ਵਿਅਕਤੀਆਂ ਵੱਲੋਂ ਕਹਿ ਲਾਂ, ਮੁੰਡਿਆਂ ਵੱਲੋਂ ਕਹਿ ਲਾਂ, ਨੌਜਵਾਨਾਂ ਵੱਲੋਂ ਕਹਿ ਲਾਂ, ਉਹਨਾਂ ਨੇ ਸ਼ੂਟਿੰਗ ਕੀਤੀ, ਉਹਨਾਂ ਨੇ ਗੋਲੀ ਚਲਾਈ ਤਾਂ ਉਹ ਡਾਂਸਰ ਦੇ ਸਿੱਧੀ ਜਾ ਕੇ ਮੱਥੇ 'ਚ ਵੱਜੀ ਤੇ ਜਿਸ ਨਾਲ ਉਹਦੀ ਮੌਕੇ 'ਤੇ ਹੀ ਮੌਤ ਹੋ ਗਈ।
ਆਪਾਂ ਜਦੋਂ ਕਿਤੇ ਵਿਆਹਾਂ ਤੇ ਜਾਂਦੇ ਆ, ਖੁਸ਼ੀ ਦੇ ਮੌਕੇ ਤੇ ਜਾਂਦੇ ਆ, ਆਪਾਂ ਖੁਸ਼ੀਆਂ ਵੰਡਾਉਣ ਜਾਂਦੇ ਆ, ਖੁਸ਼ੀਆਂ ਲੈਣ ਜਾਂਦੇ ਆ, ਤਾਂ ਉਦੋਂ ਆਪਾਂ ਅਸਲਿਆਂ ਦੀ ਲੋੜ ਕਿਉਂ ਕਰੀਏ? ਉਦੋਂ ਆਪਾਂ ਨੂੰ ਅਸਲਿਆਂ ਦੀ ਲੋੜ ਕਿਉਂ ਪੈਂਦੀ ਹੈ? ਕਿਉਂਕਿ ਖੁਸ਼ੀ ਤਾਂ ਕਿਤੇ ਮਰਜ਼ੀ ਜ਼ਾਹਿਰ ਕੀਤੀ ਜਾ ਸਕਦੀ ਹੈ, ਕਿਵੇਂ ਮਰਜ਼ੀ। ਕੱਲੀ ਆਪਾਂ ਇਹ ਤਾਂ ਨਹੀਂ ਕਹਿ ਸਕਦੇ ਵੀ ਜੇਕਰ ਆਪਾਂ ਗੋਲੀ ਨਾ ਚਲਾਈ ਤੇ ਆਪਣੀ ਖੁਸ਼ੀ ਨਹੀਂ ਜ਼ਾਹਿਰ ਹੋ ਸਕਦੀ। ਇਹ ਸਮਝਣ ਦੀ ਗੱਲ ਆ, ਲੋਕਾਂ ਦੀ ਸਮਝ ਦੀ ਗੱਲ ਆ। ਜੇਕਰ ਸਰਕਾਰਾਂ ਤੁਹਾਡੇ ਨਾਲ ਨੇ, ਤੁਹਾਨੂੰ ਕਹਿ ਰਹੀਆਂ ਨੇ ਵੀ ਇਹ ਚੀਜ਼ ਨੂੰ ਬੰਦ ਕਰਨਾ ਚਾਹੀਦਾ, ਇਹ ਚੀਜ਼ ਵੱਲ ਨਹੀਂ ਧਿਆਨ ਦੇਣਾ ਚਾਹੀਦਾ, ਕਿਉਂਕਿ ਨਾ ਅਰਜੀ ਆਪਾਂ ਦੇਖਿਆ ਵੀ ਜਿੰਨਾ ਚਿਰ ਵੱਡੇ ਇਸ ਤੇ ਕੰਮ ਨਹੀਂ ਕਰਦੇ, ਚਾਹੇ ਉਹ ਆਪਣੇ ਬਜ਼ੁਰਗ ਨੇ ਚਾਹੇ ਨੌਜਵਾਨ ਨੇ, ਉਹਨਾਂ ਨੂੰ ਦੇਖਦੇ ਆ ਫਿਰ ਛੋਟੇ ਮਗਰ ਲੱਗਦੇ ਨੇ। ਕਈ ਵਾਰੀ ਆਪਾਂ ਨਾ ਸੋਸ਼ਲ ਮੀਡੀਆ ਤੇ ਇਹੋ ਜਿਹੀਆਂ ਫੋਟੋਆਂ ਜਾਂ ਇਹੋ ਜਿਹੀਆਂ ਸਟੋਰੀਆਂ ਦੇਖਦੇ ਆ ਜਿਹਦੇ ਚ ਅਸਲੀ ਨੂੰ ਪ੍ਰਮੋਟ ਕੀਤਾ ਜਾਂਦਾ, ਅਸਲੇ ਨੂੰ ਸ਼ੌਂਕੀ ਤੌਰ ਤੇ ਵਰਤਿਆ ਜਾਂਦਾ ਵੀ ਹਾਂ ਮੈਂ ਤਾਂ ਜੱਟਾਂ ਦਾ ਮੁੰਡਾ, ਮੇਰੇ ਕੋਲ ਤਾਂ ਅਸਲੇ ਦੋ ਨੇ, ਇੱਕ ਆਪਾਂ ਇੱਧਰਲੇ ਪਾਸੇ ਟੰਗਿਆ ਤੇ ਇੱਕ ਆਪਾਂ ਇੱਧਰਲੇ ਪਾਸੇ ਟੰਗਿਆ। ਇਹ ਚੀਜ਼ਾਂ ਜਦੋਂ ਛੋਟੇ ਬੱਚੇ ਦੇਖਦੇ ਨੇ ਫਿਰ ਉਹਨਾਂ ਤੇ ਵੀ ਪ੍ਰਭਾਵ ਪੈਂਦਾ, ਉਹ ਵੀ ਦੇਖਦੇ ਨੇ ਵੀ ਹਾਂ ਯਾਰ ਇਹਦੀ ਤਾਂ ਟੌਰ ਆਪਾਂ ਵੀ ਕੱਢੀਏ। ਸੋ ਇਸ ਚੀਜ਼ ਨੂੰ ਸਭ ਤੋਂ ਪਹਿਲਾਂ ਤਾਂ ਆਪਾਂ ਨੂੰ ਹੀ ਸਮਝਣਾ ਚਾਹੀਦਾ ਵੀ ਜੇਕਰ ਨੌਜਵਾਨ ਇਸ ਚੀਜ਼ ਨੂੰ ਪ੍ਰਮੋਟ ਨਾ ਕਰਨ ਤਾਂ ਕਿਤੇ ਨਾ ਕਿਤੇ ਪਹਿਲਾਂ ਤਾਂ ਬੱਚੇ ਤੇ ਅਸਰ ਘਟੇ। ਫਿਰ ਜਿਸ ਹਿਸਾਬ ਦੇ ਨਾਲ ਵਿਆਹਾਂ ਸ਼ਾਦੀਆਂ ਤੇ ਇਹ ਚੀਜ਼ਾਂ ਹੋ ਰਹੀਆਂ ਨੇ, ਤੁਸੀਂ ਹਾਂ ਮੰਨਿਆ ਖੁਸ਼ੀ ਮਨਾਉਣੀ ਹੈ, ਖੁਸ਼ੀ ਜਿਵੇਂ ਮਰਜ਼ੀ ਸਾਬਿਤ ਕਰੋ ਤੁਸੀਂ, ਚਾਹੇ ਉਹਨੂੰ ਵਿਆਹ ਦੇ ਵਿੱਚ ਨੱਚ ਕੇ ਕਰੋ, ਚਾਹੇ ਉਹਨੂੰ ਵਿਆਹ ਦੇ ਵਿੱਚ ਖਾਣ ਪੀਣ ਨਾ ਕਰੋ, ਹੋਰ ਵੀ ਬਥੇਰੇ ਢੰਗ ਨੇ ਖੁਸ਼ੀ ਨੂੰ ਆਪਾਂ ਇੰਜੋਏ ਕਰ ਸਕਦੇ ਹਾਂ, ਜਿਵੇਂ ਮਰਜ਼ੀ ਕਰ ਸਕਦੇ ਹਾਂ। ਪਰ ਜਦੋਂ ਹਥਿਆਰਾਂ ਦੀ ਗੱਲ ਆਉਂਦੀ ਹੈ ਇਹਨੂੰ ਘੱਟ ਤੋਂ ਘੱਟ ਵਰਤਣਾ ਚਾਹੀਦਾ। ਹਥਿਆਰ ਅਸਲ 'ਚ ਕਿਸ ਚੀਜ਼ ਲਈ ਬਣਿਆ? ਹਥਿਆਰ ਆਪਦੀ ਜ਼ਿੰਦਗੀ ਨੂੰ ਬਚਾਉਣ ਦੇ ਲਈ ਬਣਿਆ। ਜਦੋਂ ਤੁਹਾਨੂੰ ਕਿਤੇ ਮਾੜਾ ਸਮਾਂ ਲੱਗਦਾ, ਤੁਸੀਂ ਨਾ ਜੀ ਇੱਕ ਫਿਲਮ ਦੇਖੀ ਹੋਊਗੀ, ਉਸ ਦੇ ਵਿੱਚ ਨਾ ਕੀ ਹੁੰਦਾ, ਇੱਕ ਵਿਅਕਤੀ ਹੁੰਦਾ ਕਾਫੀ ਅਮੀਰ ਹੁੰਦਾ, ਉਸਦੇ ਕੋਲੇ ਗੱਡੀ ਹੁੰਦੀ ਹੈ ਬਹੁਤ ਵੱਡੀ, ਤੇ ਉਧਰੋਂ ਦੋ ਕੁ ਗੈਂਗਸਟਰ ਹੁੰਦੇ ਉਹ ਫਿਲਮ ਦੇ ਵਿੱਚ, ਤੇ ਉਹ ਕਹਿੰਦੇ ਆ ਵੀ ਯਾਰ ਐ ਤਾਂ ਮੈਨੂੰ ਸਵਾਦ ਨਹੀਂ ਆਉਂਦਾ, ਜੇਲ੍ਹ ਤੋਂ ਬਾਹਰ ਆਇਆ ਹੁੰਦਾ, ਯਾਰ ਆਪਾਂ ਨੂੰ ਗੱਡੀ ਚਾਹੀਦੀ ਹੈ। ਤੇ ਉਹਨਾਂ ਗੱਡੀ ਦੇ ਵਿੱਚ ਜਿਹੜਾ ਮਤਲਬ ਕਿ ਅਮੀਰ ਵਿਅਕਤੀ ਹੁੰਦਾ ਉਹਦੇ ਕੋਲੇ ਅਸਲਾ ਹੁੰਦਾ ਗੱਡੀ ਦੇ ਵਿੱਚ, ਤੇ ਉਹ ਕਹਿ ਦਿੰਦਾ ਵੀ ਇਹ ਹੋ ਸਕਦਾ ਕਿਤੇ ਮਾੜਾ ਟਾਈਮ ਆਇਆ ਤੇ ਲੋੜ ਪੈ ਜੂਗੀ ਤਾਂ ਆਪਾਂ ਉਦੋਂ ਵਰਤ ਲਾਂਗੇ। ਤਾਂ ਜਦੋਂ ਗੈਂਗਸਟਰ ਦੇ ਕੋਲੇ ਜਾਂਦੇ ਤੇ ਉਹਦੇ ਮੱਥੇ ਤੇ ਪਿਸਟਲ ਲਾ ਲੈਂਦੇ, ਕਹਿੰਦੇ ਵੀ ਗੱਡੀ ਚਾਹੀਦੀ ਹੈ ਸਾਨੂੰ, ਅੱਧੇ ਘੰਟੇ ਬਾਅਦ ਜਾ ਕੇ ਤੇ ਰਿਪੋਰਟ ਲਿਖਾ ਦੀ ਗੱਡੀ ਅਸੀਂ ਜਦੋਂ ਲੈ ਗਏ ਤਾਂ ਕਾਂਡ ਬਹੁਤ ਹੋਣੇ ਆ ਜੀ। ਤਾਂ ਜੋ ਗੱਲ ਤਾਂ ਇੱਥੇ ਇਹ ਹੈ ਨਾ, ਉਹ ਕਹਿੰਦਾ ਵੀ ਗੱਡੀ ਦੇ ਵਿੱਚ ਅਸਲਾ ਹੈਗਾ ਜੀ। ਜਦੋਂ ਗੱਡੀ ਦੇ ਵਿੱਚ ਬਹਿੰਦੇ ਤਾਂ ਉਹ ਕਹਿੰਦੇ ਵੀ ਤੂੰ ਅਸਲੇ ਦਾ ਕੀ ਕਰਨਾ, ਆਹ ਮਾੜੇ ਟਾਈਮ ਵੇਲੇ ਕੰਮ ਆਉਂਦਾ। ਤੇ ਉਦੋਂ ਮਾੜਾ ਟਾਈਮ ਕੀ ਹੋਊਗਾ ਵੀ ਜਦੋਂ ਤੇਰੀ ਗੱਡੀ ਖੋਹ ਕੇ ਜਾ ਰਹੇ ਨੇ ਤੂੰ ਉਦੋਂ ਉਸ ਦੀ ਵਰਤੋਂ ਕਰ ਸਕਦਾ। ਉਹਨੂੰ ਤਾਂ ਲੋਕ ਉਸ ਚੀਜ਼ਾਂ ਨੂੰ ਨਹੀਂ ਦੇਖਦੇ, ਪਰ ਜਦੋਂ ਜਿਹੜੀਆਂ ਚੀਜ਼ਾਂ ਨੂੰ ਦੇਖਣ ਦੀ ਲੋੜ ਹੈ ਨਹੀਂ ਉਦੋਂ ਦੇਖ ਰਹੇ ਨੇ। ਵਿਆਹਾਂ 'ਚ ਚਲਾਉਣ ਦਾ ਮਤਲਬ ਨਹੀਂ ਬਣਦਾ ਕਿਤੇ ਆਪਾਂ ਕੋਈ ਫੰਕਸ਼ਨ ਤੇ ਪਾਰਟੀਆਂ ਤੇ ਜਾਂਦੇ ਹਾਂ, ਛੋਟੀਆਂ ਮੋਟੀਆਂ ਬਰਥਡੇ ਪਾਰਟੀਆਂ ਤੇ ਜਾਂਦੇ ਹਾਂ, ਆਪਾਂ ਉੱਥੇ ਦੇਖਦੇ ਹਾਂ ਜੇਕਰ ਵੱਡਾ ਕੋਈ ਵਿਅਕਤੀ ਉਹਦੇ ਕੋਲੇ ਹੁੰਦੇ ਆ, ਹਾਂ ਤੁਸੀਂ ਆਪਦੇ ਨਾਲ ਜੇਕਰ ਤੁਸੀਂ ਕੋਈ ਚੰਗੀ ਪਦਵੀ ਤੇ ਹੋ, ਤੁਹਾਡਾ ਕੋਈ ਲੱਗਦਾ ਵੀ ਕਈ ਵਾਰੀ ਕੀ ਹੁੰਦਾ, ਜੇਕਰ ਨਾ ਇਨਸਾਨ ਸੱਚਾ ਹੋਵੇ, ਪਹਿਲੀ ਗੱਲ ਤਾਂ ਉਹ ਇਨਸਾਨ ਸੱਚਾ ਹੋਣਾ ਚਾਹੀਦਾ, ਇਮਾਨਦਾਰ ਹੋਣਾ ਚਾਹੀਦਾ, ਕਿਉਂਕਿ ਕਦੀ ਵੀ ਜਿਹੜਾ ਬੰਦਾ ਇਮਾਨਦਾਰ ਹੈ ਨਹੀਂ, ਜਿਹੜਾ ਬੰਦਾ ਬੇਈਮਾਨ ਉਹਦੇ ਦੁਸ਼ਮਣ ਨਹੀਂ ਹੁੰਦੇ, ਦੁਸ਼ਮਣ ਉਹ ਵਿਅਕਤੀ ਦੇ ਹੁੰਦੇ ਜਿਹੜਾ ਬੰਦਾ ਇਮਾਨਦਾਰ ਹੋਵੇ। ਤਾਂ ਇਮਾਨਦਾਰ ਵਿਅਕਤੀ ਕੀ ਕਰ ਸਕਦਾ ਹੈ, ਆਪਦੀ ਸੇਫਟੀ ਦੇ ਲਈ ਉਹ ਨਾਲ ਆਪਦੇ ਦੋ ਬੋਡੀਗਾਰਡ ਰੱਖ ਸਕਦਾ ਹੈ, ਆਪਦੇ ਨਾਲ ਪਿਸਟਲ ਰੱਖ ਸਕਦਾ, ਲਾਇਸੈਂਸੀ ਹਥਿਆਰ ਰੱਖ ਸਕਦਾ, ਹਾਂ ਲੋੜ ਪੈਣ ਤੇ ਉਹਨੂੰ ਵਰਤ ਵੀ ਸਕਦਾ। ਪਰ ਇੱਥੇ ਤਾਂ ਆਪਾਂ ਵਿਆਹਾਂ ਸ਼ਾਦੀਆਂ 'ਚ ਆਮ ਉਹੀ ਚੀਜ਼ਾਂ ਨੂੰ ਵਰਤ ਰਹੇ ਹਾਂ ਜਿਹੜੀਆਂ ਚੀਜ਼ਾਂ ਆਪਣੀ ਸੇਫਟੀ ਦੇ ਲਈ ਆ, ਆਪਾਂ ਉਸ ਚੀਜ਼ਾਂ ਨੂੰ ਹੀ ਆਪਦੀਆਂ ਮੌਤ ਦਾ ਕਾਰਨ ਬਣਾ ਰਹੇ ਹਾਂ। ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਜੇਕਰ ਸਰਕਾਰਾਂ ਇਸ ਤੇ ਕੰਮ ਕਰਦੀਆਂ ਨੇ, ਆਪਾਂ ਨੂੰ ਚਾਹੀਦਾ, ਆਪਣੀ ਸੋਚ ਸਮਝ ਨੂੰ ਚਾਹੀਦਾ ਵੀ ਆਪਾਂ ਕੀ ਕਰ ਸਕਦੇ ਆ ਉਹ ਚੀਜ਼ਾਂ ਤੇ। ਆਪਾਂ ਇਹ ਨਹੀਂ ਮੈਂ ਕਹਿੰਦਾ ਵੀ ਪੰਜਾਬ ਦੇ ਵਿੱਚ ਹਰੇਕ ਵਿਅਕਤੀ ਸੋਚ ਕੇ ਆਪਦੇ ਕੰਮ ਕਰੇ ਜਾਂ ਉਹ ਲੋਕਾਂ ਨੂੰ ਸਮਝਾਵੇ। ਤੁਸੀਂ ਲੋਕਾਂ ਨੂੰ ਨਾ ਸਮਝਾਓ, ਤੁਸੀਂ ਆਪਦੇ ਤੇ ਅਮਲ ਕਰ ਲਓ। ਤੁਸੀਂ ਆਪ ਹੀ ਮੰਨ ਲਓ ਵੀ ਮੈਂ ਅੱਜ ਤੋਂ ਬਾਅਦ ਯਾਰ ਆਪਦੇ ਘਰੇ ਆਹ ਚੀਜ਼ਾਂ ਨਹੀਂ ਕਰਨੀਆਂ, ਕਿਸੇ ਦੇ ਵਿਆਹ ਜਾ ਕੇ ਮੈਂ ਫੈਰ ਨਹੀਂ ਕਰਨੀ। ਇੱਕ ਇੱਕ ਕਰਕੇ ਜੇਕਰ ਪੰਜਾਬ ਦੇ ਵਿੱਚ ਲੋਕ ਸਮਝਣਗੇ ਤਾਂ ਪੰਜਾਬ ਆਪੇ ਬਿਹਤਰ ਬਣ ਜੂ। ਸਰਕਾਰਾਂ ਨੂੰ ਲੋੜ ਹੀ ਨਹੀਂ ਪੈਣੀ ਤੁਹਾਨੂੰ ਇਹ ਚੀਜ਼ਾਂ ਨੂੰ ਬੈਨ ਕਰਵਾਉਣ ਦੀ, ਤੁਹਾਨੂੰ ਇਹ ਚੀਜ਼ਾਂ ਨੂੰ ਵਰਤ ਕੇ ਜੇਕਰ ਤੁਸੀਂ ਗੋਲੀ ਚਲਾਉਂਦੇ ਹੋ ਤਾਂ ਤੁਹਾਨੂੰ ਉਸ ਤੋਂ ਬਾਅਦ 100 FIR ਆਈਆਂ, 100 ਤੁਹਾਨੂੰ ਪੁਲਿਸ ਦੇ ਨਾਕੇ ਜਾਂ ਥਾਣਿਆਂ ਦੇ ਵਿੱਚ ਜਾਣਾ ਪੈਂਦਾ, ਉਹ ਚੱਕਰ ਕੱਢਣੇ ਪੈਂਦੇ ਆ। ਉਹਨਾਂ ਨੂੰ ਤੁਸੀਂ ਪਹਿਲਾਂ ਹੀ ਸਾਵਧਾਨ ਰਹੋ, ਪਹਿਲਾਂ ਹੀ ਉਹੋ ਜਿਹੇ ਕੰਮ ਨਾ ਕਰੋ। ਸੋ ਆਪਣੀ ਤਾਂ ਗੁਜ਼ਾਰਿਸ਼ ਹੈ ਲੋਕਾਂ ਨੂੰ ਵੀ ਤੇ ਸਰਕਾਰਾਂ ਨੂੰ ਵੀ ਇਸ ਤੇ ਖੂਬ ਕੰਮ ਕਰਨਾ ਚਾਹੀਦਾ, ਉਹਨਾਂ ਨੂੰ ਧਿਆਨ ਦਿਵਾਉਣਾ ਚਾਹੀਦਾ ਵੀ ਲੋਕਾਂ ਨੂੰ ਇਹੋ ਜਿਹੇ ਸੈਮੀਨਾਰ ਵੀ ਲਵਾਏ ਜਾਣ ਜਿਸ ਦੇ ਵਿੱਚ ਲੋਕਾਂ ਨੂੰ, ਕਿਉਂਕਿ ਨਾ ਕਈ ਵਾਰੀ ਕੀ ਹੁੰਦਾ ਜਦੋਂ ਆਪਾਂ ਲੋਕਾਂ ਨੂੰ ਸਮਝਾਉਂਦੇ ਆ, ਲੋਕਾਂ ਨੂੰ ਸਮਝਾਉਣ ਦੇ ਵੀ ਦੋ ਪੱਖ ਹੁੰਦੇ ਆ, ਜਾਂ ਤਾਂ ਉਹਨੂੰ ਆਪਾਂ ਡੰਡੇ ਨਾਲ ਸਮਝਾ ਸਕਦੇ ਹਾਂ ਜਾਂ ਉਹਨੂੰ ਆਪਾਂ ਪਿਆਰ ਨਾਲ ਸਮਝਾ ਸਕਦੇ ਹਾਂ। ਤੁਹਾਨੂੰ ਪਤਾ ਵੀ ਨੌਜਵਾਨੀ ਅੱਜ ਦੀ ਪਿਆਰ ਨਾਲ ਸਮਝਣ ਵਾਲੀ ਹੈ ਜੀ, ਡੰਡੇ ਨਾਲ ਤਾਂ ਕੋਈ ਵੀ ਅੱਜ ਕੱਲ੍ਹ ਕਿਸੇ ਦੀ ਗੱਲ ਨਹੀਂ ਸਹਿੰਦਾ। ਅੱਜ ਕੱਲ੍ਹ ਬਾਹਰਲੀ ਤਾਂ ਕਿਸੇ ਨੇ ਕੀ ਸਹਿਣੀ, ਲੋਕ ਘਰਦਿਆਂ ਦੀ ਨਹੀਂ ਸਹਿੰਦੇ। ਕਈ ਵਾਰੀ ਮਾਂ ਪਿਓ ਜੇ ਕੋਈ ਗੱਲ ਆਪਦੇ ਮੁੰਡੇ ਨੂੰ ਕਹਦੇ, ਉਹ ਕਹਿੰਦੇ ਤੁਹਾਨੂੰ ਜ਼ਿਆਦਾ ਪਤਾ, ਮੈਂ ਬਾਹਰ ਅੰਦਰ ਰਹਿਣਾ, ਤੁਸੀਂ ਤਾਂ ਘਰੇ ਹੀ ਰਹਿੰਦੇ ਹੋ, ਮੈਨੂੰ ਜ਼ਿਆਦਾ ਪਤਾ, ਤੁਸੀਂ ਮੈਨੂੰ ਨਾ ਸਮਝਾਓ। ਸੋ ਆਪਾਂ ਨੂੰ ਕੀ ਹੈ, ਨੌਜਵਾਨਾਂ ਨੂੰ ਪਿਆਰ ਨਾਲ ਸਮਝਾਉਣਾ ਚਾਹੀਦਾ, ਸੈਮੀਨਾਰ ਲਗਾਉਣੇ ਚਾਹੀਦੇ ਸਰਕਾਰਾਂ ਨੂੰ, ਜਾਂ ਇਸ ਤੇ ਕੋਈ ਨਾ ਕੋਈ ਕਾਰਵਾਈਆਂ ਕਰਨੀਆਂ ਚਾਹੀਦੀਆਂ ਜਿਹਦੇ ਨਾਲ ਉਹਨਾਂ ਨੂੰ ਸਮਝ ਆਵੇ ਜੀ। ਤਾਂ ਜੇਕਰ ਮੈਂ ਇਸ ਤੋਂ ਅਗਲੀ ਖਬਰ ਦੀ ਗੱਲ ਕਰਾਂ, ਅੱਜ ਤੁਸੀਂ ਦੇਖਿਆ ਹੋਊਗਾ ਕਈ ਵਾਰੀ ਨਾ ਆਪਾਂ ਰੇਲਵੇ ਗੱਡੀ 'ਚ ਜਾਂਦੇ ਹਾਂ ਤਾਂ ਕਈ ਵਾਰੀ ਆਪਣਾ ਨਾ ਕਈ ਸਮਾਨ ਰਹਿ ਜਾਂਦੇ ਨੇ, ਕਿਉਂਕਿ ਆਪਾਂ ਨੂੰ ਵੀ ਪਤਾ ਜਦੋਂ ਆਪਾਂ ਰੇਲਵੇ ਦੀ ਗੱਡੀ 'ਚ ਆਪਦਾ ਇੱਕ ਸਫ਼ਰ ਤੈਅ ਕਰਦੇ ਆ ਤਾਂ ਸਫ਼ਰ ਦੇ ਵਿੱਚ ਜੇਕਰ ਆਪਾਂ ਪਰਿਵਾਰ ਗਿਆ ਆਪਣਾ ਸਾਰਾ, ਤਾਂ ਆਪਣੇ ਕੋਲੇ ਕਾਫੀ 2-3 ਬੈਗ ਹੁੰਦੇ ਨੇ, ਨਾਲ ਆਪਣੇ ਕੋਲ ਸਮਾਨ ਸੱਪਾ ਹੁੰਦਾ, ਅਤੇ ਉਹਦੇ ਵਿੱਚੋਂ ਕਈ ਵਾਰੀ ਆਪਾਂ ਕੋਈ ਚੀਜ਼ ਜਦੋਂ ਆਪਣਾ ਲੰਮਾ ਸਫ਼ਰ ਹੁੰਦਾ ਕੱਢ ਕੇ ਆਪਾਂ ਵਰਤ ਵੀ ਲੈਂਦੇ ਆ, ਤਾਂ ਕਈ ਵਾਰੀ ਕੋਈ ਰਹਿ ਵੀ ਜਾਂਦੀ ਆ, ਚਾਹੇ ਉਹ ਪਾਣੀ ਦੀ ਬੋਤਲ ਹੋਵੇ, ਚਾਹੇ ਆਪਣਾ ਟੀਫਨ ਹੋਵੇ, ਚਾਹੇ ਆਪਣੀ ਕੋਈ ਚੱਪਲ ਜੋੜਾ ਰਹਿ ਗਿਆ ਹੋਵੇ, ਜਾਂ ਕਈ ਵਾਰੀ ਆਪਾਂ ਨੂੰ ਕੀ ਹੁੰਦਾ ਜਦੋਂ ਆਪਾਂ ਉੱਤਰ ਜਾਂਦੇ ਹਾਂ ਉਸ ਤੋਂ ਬਾਅਦ
ਟ੍ਰੇਨ ਟੱਪ ਜਾਂਦੀ ਫਿਰ ਆਪਾਂ ਨੂੰ ਐ ਹੁੰਦਾ ਵੀ ਹੁਣ ਤਾਂ ਕਿੱਥੇ ਲੱਭਾਂਗੇ ਯਾਰ, ਛੱਡ ਪਰੇ। ਜਾਂ ਜੇ ਆਪਾਂ ਕੋਈ ਗੁਜ਼ਾਰਿਸ਼ ਵੀ ਕਰਦੇ ਆ, ਚਾਹੇ ਆਪਾਂ ਰੇਲਵੇ ਸਟੇਸ਼ਨ ਦੇ ਕਿਸੇ ਮਿਨਿਸਟਰ ਕੋਲੇ ਕਰ ਲਈ ਜਾਂ ਉੱਥੋਂ ਦੇ ਜਿਹੜਾ ਵਿਅਕਤੀ ਅਧਿਕਾਰੀ ਆ ਉਹਨਾਂ ਕੋਲੇ ਕਰ ਲਈ, ਤਾਂ ਉਹ ਕਹਿ ਦਿੰਦੇ ਵੀ ਸਰ ਹੁਣ ਤਾਂ ਕੁਝ ਨਹੀਂ ਹੋ ਸਕਦਾ। ਜੇਕਰ ਉਹ ਗਰੀਬ ਵਿਅਕਤੀ ਦੀ ਹੋਵੇ, ਜੇਕਰ ਉਹ ਚੱਪਲ, ਭਾਵੇਂ ਮੈਂ ਚੱਪਲ ਦੀ ਗੱਲ ਕਰਦਾ ਵੀ ਚੱਪਲ ਵੀ ਰਹਿ ਜੇ ਨਾ, ਆਪਾਂ ਕਈ ਵਾਰੀ ਸਿਫਾਰਿਸ਼ ਕਰਦੇ ਵੀ ਸਰ ਜੇਕਰ ਅਗਲੇ ਰੇਲਵੇ ਸਟੇਸ਼ਨ ਤੇ ਮਿਲ ਜੇ, ਤਾਂ ਉਹ ਕਹਿ ਦਿੰਦੇ ਨੇ ਸਰ ਹੁਣ ਕੁਝ ਨਹੀਂ ਹੋ ਸਕਦਾ, ਗੱਡੀ ਦਾ ਨਹੀਂ ਪਤਾ ਕਿੱਥੇ ਰੁਕੂਗੀ ਜੀ। ਪਰ ਹੋ ਕੀ ਰਿਹਾ ਜੀ, ਜੇਕਰ ਤਾਂ ਤੁਹਾਡੀ ਚੱਪਲ ਆਪਦੀ ਗਰੀਬ ਬੰਦੇ ਦੀ ਹੈ ਫੇਰ ਤਾਂ ਨਹੀਂ ਲੱਭਦੀ, ਆਮ ਆਦਮੀ ਦੀ। ਹਾਂ, ਜੇ ਤੁਸੀਂ ਘਰ ਰੇਲਵੇ ਅਧਿਕਾਰੀ ਹੋ, ਤੁਸੀਂ ਕੁਝ ਲੱਗੇ ਹੋਏ ਹੋ, ਰੇਲਵੇ ਦੇ ਵਿੱਚ ਲੱਗੇ ਹੋਏ ਹੋ, ਜਾਂ ਤੁਹਾਡਾ ਖੂਬ ਨਾਮ ਹੈ, ਫਿਰ ਚਾਹੇ ਤੁਹਾਡੀ ਚੱਪਲ ਹੀ ਹੋਵੇ ਤੇ ਚਾਹੇ ਤੁਹਾਡੀ ਪਾਣੀ ਦੀ ਬੋਤਲ ਹੋਵੇ, ਉਹ ਵੀ ਲੱਭ ਕੇ ਦਿੰਦੇ ਨੇ ਜੀ। ਗੱਲ ਮੈਂ ਕਰਦਾ ਜੀ ਉੜੀਸਾ ਦੇ ਸਬਲਪੁਰ ਇਲਾਕੇ ਦੀ, ਜਿੱਥੋਂ ਦੇ ਰੇਲਵੇ ਡਿਵੀਜ਼ਨ ਦੇ DRM ਦੀ ਧੀ ਦੀ ਜੁੱਤੀ ਰੇਲਵੇ 'ਚ ਗਵਾਚ ਗਈ ਜੀ। ਰੇਲ ਗੱਡੀ ਤੇ ਉਹ ਸਫ਼ਰ ਕਰ ਰਹੇ ਸੀ, ਉਹ ਲਖਨਊ ਤੋਂ ਜਾ ਰਹੇ ਸੀਗੇ ਜੀ, ਤੇ ਜਦੋਂ ਰਾਹ 'ਚ ਬਰੇਲੀ ਪਹੁੰਚੇ ਤਾਂ ਉਹਨਾਂ ਦੀ ਨਾ ਇੱਕ ਜਿਹੜੀ ਜੁੱਤੀ ਉਹਨਾਂ ਨੇ ਪਾਈ ਹੋਈ ਸੀਗੀ, ਤਾਂ ਉਹ ਜੁੱਤੀ ਕਿਸੇ ਨਾਲ ਦੀ ਸੀਟ ਤੇ ਕਹਿਣਾ, ਜਾਂ ਜਿਹੜੀ ਨਾਲ ਦੀ ਸੀਟ ਤੇ ਔਰਤ ਬੈਠੀ ਸੀ ਭੁਲੇਖੇ ਨਾਲ ਉਹ ਪਾ ਗਈ। ਕਿਉਂਕਿ ਕਈ ਵਾਰੀ ਨਾ ਆਪਾਂ ਨੂੰ ਵੀ ਪਤਾ ਜਦੋਂ ਰੇਲਵੇ ਗੱਡੀ ਜਾਂਦੀ ਹੈ ਤਾਂ ਸੁਰੰਗ ਆਉਂਦੀ ਹੈ ਜਿਹੜੀ ਇੱਕ, ਉਦੋਂ ਹਨੇਰਾ ਜਿਹਾ ਹੋ ਜਾਂਦਾ, ਜਦੋਂ ਆਪਾਂ ਨੂੰ ਪਤਾ ਨਹੀਂ ਲੱਗਦਾ, ਤੇ ਉਹ ਕੁੜੀ ਜਦੋਂ ਉਹ ਚੀਜ਼ ਉਤਰਨੀ ਚਾਹੀਦੀ ਸੀ ਕਿਉਂਕਿ ਉਹਨੇ ਬਰੇਲੀ ਰੇਲਵੇ ਸਟੇਸ਼ਨ ਤੇ ਉਤਰਨਾ ਸੀਗਾ, ਤੇ ਉਹਨੇ ਜਿਹੜੀ ਚੱਪਲ ਜਦੋਂ ਪਾਉਣਾ ਚਾਹੀ ਤੇ ਇੱਕੋ ਜਿਹਾ ਪੈਰ ਸੀ, ਤਾਂ ਹੁਣ ਕਰਨ ਨੂੰ ਪਤਾ ਨਹੀਂ ਲੱਗਿਆ, ਤੇ ਉਹਨੇ ਜਿਹੜੀ ਚੱਪਲ ਹੈ ਉਹ DRM ਦੀ ਧੀ, ਜਿਸ ਦਾ ਨਾਂ ਹੈਗਾ ਜੀ ਮਾਨਵੀ ਸਿੰਘ, ਉਸ ਦੀ ਪਾ ਲਈ। ਤਾਂ ਜਦੋਂ ਚੱਪਲ ਗਵਾਚ ਗਈ, ਉਸ ਤੋਂ ਬਾਅਦ ਉਹਨਾਂ ਨੇ ਆ ਕੇ ਜਦੋਂ ਰੇਲਵੇ ਸਟੇਸ਼ਨ ਤੇ ਉਹਨਾਂ ਨੂੰ ਪਤਾ ਲੱਗਿਆ ਜਿੱਥੇ ਉਹਨਾਂ ਨੇ ਉਤਰਨਾ ਸੀ, ਉੱਥੇ ਜਾ ਕੇ ਜਦੋਂ ਉਹਨਾਂ ਨੂੰ ਪਤਾ ਲੱਗਿਆ ਵੀ ਮੇਰੀ ਤਾਂ ਚੱਪਲ ਗਵਾਚ ਗਈ, ਤਾਂ ਉਹਨਾਂ ਨੇ ਆਪਦੀ ਚੱਪਲ ਦਾ ਪਹਿਲਾਂ ਤਾਂ FIR ਦਰਜ ਕਰਵਾਈ ਵੀ ਮੇਰੀ ਜਿਹੜੀ ਚੱਪਲ ਗਵਾਚ ਗਈ ਹੈ। ਕਿਉਂਕਿ ਉਹ DRM ਦੀ ਧੀ ਹੈ ਜੀ, ਕਰ ਸਕਦੇ ਆ FIR ਛੱਡ ਕੇ ਉਹ ਜਿਹੜਾ ਕੁਝ ਮਰਜ਼ੀ ਕਰ ਸਕਦੇ ਆ, ਕਿਉਂਕਿ ਉਹਨਾਂ ਦਾ ਨਾਮ ਹੈ, ਉਹਨਾਂ ਦੇ ਇਲਾਕੇ ਦੇ ਵਿੱਚ ਉਹਨਾਂ ਦੇ ਪਿਤਾ ਦਾ ਨਾਮ ਹੈ। ਸੋ ਉਹ ਆਪਦੀ ਮਾਤਾ ਦੇ ਨਾਲ ਜੋ ਸਫ਼ਰ ਕਰ ਰਹੇ ਸੀਗੇ ਜੀ, ਤਾਂ ਉਹ ਦਿੱਲੀ ਤੋਂ ਲਖਨਊ ਜਾ ਰਹੇ ਸੀਗੇ, ਤੇ ਜਦੋਂ ਰਸਤੇ ਦੇ ਵਿੱਚ ਬਰੇਲੀ ਦੇ ਵਿੱਚ ਉਹਨਾਂ ਦੀ ਜੁੱਤੀ ਜਦੋਂ ਗਾਇਬ ਹੋਈ, ਤਾਂ ਉਹਨਾਂ ਨੇ ਆਪਦੇ ਸਟੇਸ਼ਨ ਤੇ ਉਤਰ ਕੇ ਜਦੋਂ ਰਿਪੋਰਟ ਲਿਖਾਈ, ਜਦੋਂ ਉਹਨਾਂ ਨੂੰ ਜੁੱਤੀ ਨਾ ਲੱਭੀ, ਤਾਂ ਉਹਨਾਂ ਨੇ ਕਿਹਾ ਵੀ ਮੈਂ, ਮੇਰੇ ਫਾਦਰ ਸਾਹਿਬ ਜਿਨ੍ਹਾਂ ਦਾ ਨਾਮ ਵਿਨੀਤ ਕੁਮਾਰ ਹੈ ਜੀ, ਜਦੋਂ ਉਹਨਾਂ ਨੇ ਵਿਨੀਤ ਕੁਮਾਰ ਸਿੰਘ ਦੇ ਨਾਮ ਤੇ FIR ਦਰਜ ਕਰਵਾਈ, ਤਾਂ ਪੂਰੀ ਟੀਮ ਜਿਹੜੀ ਉੱਥੋਂ ਦੀ ਸੀਗੀ ਉਹ ਜੁੱਤੀ ਲੱਭਣ ਤੇ ਲੱਗ ਪਈ। ਤਾਂ ਰੇਲਵੇ ਦੀ ਟੀਮ GRP ਨੇ ਜੀ ਉਹਨਾਂ ਦੀ ਜੁੱਤੀ ਲੱਭਣੀ ਸ਼ੁਰੂ ਕਰ ਦਿੱਤੀ। ਇਹ ਘਟਨਾ ਜੇਕਰ ਮੈਂ ਗੱਲ ਕਰਾਂ ਤਾਂ 4 ਜਨਵਰੀ ਦੀ ਇਹ ਘਟਨਾ ਜੀ, ਜਦੋਂ ਉਹਨਾਂ ਨੇ ਜੁੱਤੀ ਗਵਾਚਦੀ ਹੈ। ਤਾਂ ਸਵਾ ਮਹੀਨਾ ਜਿਹੜੀ ਉਹਨਾਂ ਦੀ ਜੁੱਤੀ ਲੱਭਣ ਦੀ ਪ੍ਰਕਿਰਿਆ ਚੱਲਦੀ ਰਹਿੰਦੀ ਹੈ, ਕਿਉਂਕਿ ਜਿਹੜੀ ਔਰਤ ਬਰੇਲੀ ਉਤਰੀ ਸੀਗੀ, ਸਭ ਤੋਂ ਪਹਿਲਾਂ GRP ਨੇ ਕੀ ਕੀਤਾ ਜੀ, ਜੋ ਉਹਨਾਂ ਦੇ ਨਾਲ ਔਰਤ ਬੈਠੀ ਸੀ ਉਸ ਦਾ ਟਿਕਟ ਨੰਬਰ ਚੈੱਕ ਕੀਤਾ, ਕਿਉਂਕਿ ਆਪਾਂ ਨੂੰ ਵੀ ਪਤਾ AC ਕੋਚ ਦੀ ਡੱਬਿਆਂ ਦੇ ਵਿੱਚ ਤਗੜੇ ਬੰਦੇ ਨੇ, AC ਕੋਚ ਦੀ ਡੱਬਿਆਂ 'ਚ ਹੀ ਜਾਣਾ ਉਹਨਾਂ ਨੇ ਜੀ। ਤਾਂ ਨਾਲ ਜਿਹੜੀ ਬੈਠੀ ਔਰਤ ਆ ਉਹਦੀ ਟਿਕਟ ਛੇਤੀ ਮਿਲ ਜਾਂਦੀ ਹੈ, ਕਿਉਂਕਿ ਜੇਕਰ ਆਪਾਂ ਨੂੰ ਵੀ ਪਤਾ ਆਪਣੇ ਕੋਲ 7 ਨੰਬਰ ਆ, ਤੇ ਜੇਕਰ 8 ਨੰਬਰ ਦੀ ਬੁਕਿੰਗ ਹੈਗੀ ਆ ਤੇ ਜਿਹੜੇ ਨਾਮ ਤੇ ਹੋਊਗੀ ਆਨਲਾਈਨ ਚੈੱਕ ਹੋ ਜਾਂਦੀ ਹੈ। ਤੇ ਜਦੋਂ ਉਹਨਾਂ ਨੇ ਚੈੱਕ ਕੀਤੀ ਤਾਂ ਜਾ ਕੇ ਜਦੋਂ ਉਹ ਲੜਕੀ ਤੋਂ ਉਹਨਾਂ ਨੇ ਪੁੱਛਿਆ, ਤਾਂ ਉਹਨੇ ਕਿਹਾ ਵੀ ਗਲਤੀ ਦੇ ਨਾਲ ਜਿਹੜੀ ਮੇਰੀ ਜੁੱਤੀ ਹੈ ਉਹ ਆਪਸ ਦੇ ਵਿੱਚ ਵਲਟ ਗਈ ਸੀਗੀ। ਤਾਂ ਉਹਨਾਂ ਨੇ ਜਿਹੜੀ ਜੁੱਤੀ ਉੱਥੋਂ ਫਿਰ ਬਲੇਰੀ ਤੋਂ ਲਈ, ਤਾਂ ਉਸ ਤੋਂ ਬਾਅਦ ਉਹਨੇ ਜਿਹੜੀ ਜੁੱਤੀ ਹੈ ਉੜੀਸਾ ਭੇਜ ਦਿੱਤੀ ਗਈ। ਤਾਂ ਜਦੋਂ ਉਹਨਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨੇ ਕਿਹਾ ਵੀ ਜੁੱਤੀ ਦਾ ਜਿਹੜਾ ਰੇਟ ਸੀ ਉਹ 10,000 ਰੁਪਏ ਸੀਗਾ, ਕਾਫੀ ਮਹਿੰਗੀ ਜੁੱਤੀ ਸੀ ਜੀ, ਲੱਭਣ ਦਾ ਹੱਕ ਵੀ ਬਣਦਾ ਸੀ। ਖੈਰ ਇੰਨੀ ਮਹਿੰਗੀ ਜੁੱਤੀ ਆਪਣੇ ਵਰਗੇ ਆਮ ਆਦਮੀ ਤਾਂ ਵਿਚਾਰੇ ਪਾ ਨਹੀਂ ਸਕਦੇ, 10,000 ਦੇ ਤਾਂ ਆਪਾਂ ਕਦੀ ਸਾਰੇ ਸੂਟ ਸਣੇ 2-3 ਵਾਰੀ ਵਿਆਹ ਵੇਖ ਲਈ, ਇੰਨੇ ਤਾਂ ਨਹੀਂ ਲਾਉਂਦੇ ਆਪਾਂ। ਤਾਂ ਉਹਨਾਂ ਦੀ ਤਾਂ ਇੱਕ ਜੁੱਤੀ ਸੀ, ਲੱਭਣ ਦਾ ਹੱਕ ਵੀ ਬਣਦਾ ਸੀ। ਪਰ ਮਤਲਬ ਤਾਂ ਇੱਥੇ ਇਹ ਹੈ ਨਾ ਵੀ ਜੇਕਰ ਗਰੀਬ ਲੋਕਾਂ ਦੀ ਕੋਈ ਚੀਜ਼ ਗਵਾਚੇ, ਫਿਰ ਚਾਹੇ ਉਹ ਜੁੱਤੀ ਹੋਵੇ, ਫਿਰ ਚਾਹੇ ਉਹ ਬੈਗ ਹੋਵੇ, ਕਈ ਵਾਰੀ ਤਾਂ ਇੱਥੇ ਆਧਾਰ ਕਾਰਡ ਜਾਂ ਕਈ ਵਾਰੀ ਇੱਥੇ ਇਹੋ ਜਿਹੀਆਂ ਆਇਡੈਂਟੀਆਂ ਆਪਣੀਆਂ ਜਿਹੜੀ ਕਿ ਆਪਣੇ ਲਈ ਬਹੁਤ ਜ਼ਰੂਰੀ ਹੈ, ਚਾਹੇ ਵੋਟਰ ਕਾਰਡ ਹੋਵੇ, ਚਾਹੇ ਉਹ ਪੈਨ ਕਾਰਡ ਹੋਵੇ, ਉਹ ਗਵਾਚ ਜਾਣ ਤਾਂ ਵੀ ਅਗਲਾ ਕਹਿ ਦਿੰਦਾ ਵੀ ਜਾ ਕੇ ਆਨਲਾਈਨ ਕਢਾ ਲਈਏ, ਉਹ ਤਾਂ ਨਹੀਂ ਲੱਭਦਾ। ਪਰ ਇੱਥੇ ਤਾਂ ਜੁੱਤੀ ਪਿੱਛੇ ਇੰਨਾ ਕੁਝ ਕਰਨਾ ਪੈ ਗਿਆ, ਸਵਾ ਮਹੀਨਾ ਇੱਕ ਪੂਰੀ ਟੀਮ ਜਿਹੜੀ ਉਹਨਾਂ ਦੀ ਜੁੱਤੀ ਪਿੱਛੇ ਲੱਗੀ ਰਹੀ, ਉਹਨਾਂ ਨੂੰ ਲੱਭ ਕੇ ਦਿੱਤੀ। ਤਾਂ 10 ਫਰਵਰੀ ਨੂੰ ਉਹਨਾਂ ਦੀ ਜਿਹੜੀ ਜੁੱਤੀ ਹੈ ਉਹਨਾਂ ਦੇ ਜਿਹੜੇ ਸਟੇਸ਼ਨ ਤੇ ਪਹੁੰਚਾ ਦਿੱਤੀ ਗਈ ਜੀ। ਚਲੋ ਚੰਗੀ ਗੱਲ ਆ, ਆਪਾਂ ਤਾਂ ਕਹਿੰਦੇ ਆ ਵੀ ਇਸ ਤਰ੍ਹਾਂ ਕੰਮ ਹੋਣੇ ਚਾਹੀਦੇ ਆ ਰੇਲਵੇ ਦੇ ਵਿੱਚ। ਜੇ ਜੁੱਤੀਆਂ ਗਵਾਚਦੀਆਂ ਰਹਿਣੀਆਂ ਫਿਰ ਹੀ ਜਿਹੜੀ RP ਹੈ ਇਹ ਲੱਭ ਕੇ ਜੁੱਤੀਆਂ ਦਿੰਦੀ ਰਹੂ। ਪਰ ਗੁਜ਼ਾਰਿਸ਼ ਸਾਡੀ ਇੰਨੀ ਹੈ ਵੀ ਜੁੱਤੀ ਚਾਹੇ ਜਿਹੜੀ ਮਰਜ਼ੀ ਵਿਅਕਤੀ ਦੀ ਹੋਵੇ, ਗੱਲ ਇੱਥੇ ਇਹ ਆ ਵੀ ਚਾਹੇ ਉਹ ਗਰੀਬ ਹੈ ਚਾਹੇ ਉਹ ਅਮੀਰ ਹੈ, ਤੁਸੀਂ ਲੱਭ ਕੇ ਜ਼ਰੂਰ ਦੇਣੀ ਹੈ। ਇਹ ਨਾ ਹੋਵੇ ਵੀ ਜੇਕਰ ਅੱਜ ਅਮੀਰ ਵਿਅਕਤੀ ਦੀ ਜੁੱਤੀ ਗਵਾਚੇ ਤੁਸੀਂ ਲੱਭਤੀ, ਕੱਲ੍ਹ ਨੂੰ ਜੇਕਰ ਕਿਸੇ ਗਰੀਬ ਵਿਅਕਤੀ ਦੀ ਗਵਾਚਦੀ ਹੈ ਉਹ ਨਾ ਲੱਭ ਕੇ ਦੇਵੋ। ਸੋ ਆਪਾਂ ਨੂੰ ਹਮੇਸ਼ਾ ਇਸ ਤਰ੍ਹਾਂ ਦੀ ਸੋਚ ਰੱਖਣੀ ਚਾਹੀਦੀ ਹੈ। ਇਸ ਤਰ੍ਹਾਂ ਨਾਲ ਜੇਕਰ ਆਪਾਂ ਕੰਮ ਕਰਾਂਗੇ, ਜੇਕਰ ਇਸ ਤਰ੍ਹਾਂ ਨਾਲ ਰੇਲਵੇ ਵਿਭਾਗ ਕੰਮ ਕਰਦੀ ਰਹੂ, ਕਿਤੇ ਨਾ ਕਿਤੇ ਚੰਗੀਆਂ ਗੱਲਾਂ ਨੇ। ਪਰ ਮਸਲਾ ਇੱਥੇ ਇਹ ਹੈ ਵੀ ਤੁਸੀਂ ਜਿੰਨਾ ਕੰਮ ਕਰਦੇ ਹੋ ਇਮਾਨਦਾਰੀ ਨਾਲ ਕਰੋ। ਜੇਕਰ ਤੁਸੀਂ ਇੱਕ ਵਿਅਕਤੀ ਲਈ ਇੰਨਾ ਕਰ ਰਹੇ ਹੋ ਤਾਂ ਦੂਜੇ ਵਿਅਕਤੀ ਲਈ ਵੀ ਇੰਨਾ ਹੀ ਕਰੋ। ਆਪਾਂ ਕਈ ਵਾਰੀ ਦੇਖਦੇ ਹਾਂ ਗਰੀਬਾਂ ਦੀ ਨਹੀਂ ਗੱਲ ਸੁਣੀ ਜਾਂਦੀ, ਗਰੀਬ ਲੋਕ ਜਾਂ ਮੈਂ ਕਹਿ ਲਾ ਜਿਹੜੇ ਮਿਡਲ ਕਲਾਸ ਦੇ ਲੋਕ ਆ ਉਹਨਾਂ ਨੂੰ ਕੁਝ ਸਮਝਿਆ ਨਹੀਂ ਜਾਂਦਾ। ਸੋ ਆਪਾਂ ਨੂੰ ਹਮੇਸ਼ਾ ਇੱਕ ਸਮਾਨ ਮੰਨਣਾ ਚਾਹੀਦਾ। ਇੱਕ ਔਰਤ ਲੱਖਾਂ ਦੀ ਹੋ ਕੇ ਵੀ ਉਹਨੂੰ ਕੱਖ ਨਹੀਂ ਸਮਝਿਆ ਜਾਂਦਾ। ਇੱਕ ਔਰਤ ਦੀ ਕੀ ਹੈ, ਜਿੱਥੇ ਅਸੀਂ ਸਾਨੂੰ ਇੱਜ਼ਤ ਕਰਨੀ ਚਾਹੀਦੀ ਹੈ ਉੱਥੇ ਕੀ ਹੈ ਔਰਤਾਂ ਦੀ ਤਸਕਰੀ ਕੀਤੀ ਜਾ ਰਹੀ ਹੈ। ਇੱਕ ਔਰਤ ਦਾ ਪਹਿਲਾ ਗੁਰੂਰ ਹੁੰਦਾ ਉਹਦਾ ਹੁਸਨ, ਤੇ ਦੂਜਾ ਹੁੰਦਾ ਤੇ ਆਖਰੀ ਹੁੰਦਾ ਉਹਦੇ ਬੱਚੇ। ਉਹ ਕੀ ਆਪਦੇ ਪਹਿਲੇ ਗੁਰੂਰ ਨੂੰ ਛੱਡ ਕੇ ਆਪਦੇ ਆਖਰੀ ਗੁਰੂਰ ਨੂੰ ਪੂਰਾ ਕਰਨ ਵਾਸਤੇ ਪਹਿਲੇ ਗੁਰੂਰ ਨੂੰ ਮਿੱਟੀ 'ਚ ਮਿਲਾ ਦਿੰਦੀ ਹੈ।
ਤਾਂ ਉਹ ਕੀ ਆਪਦੇ ਬੱਚਿਆਂ ਵਾਸਤੇ ਕੁਛ ਨਾ ਕੁਛ ਇਦਾਂ ਦਾ ਕਰਨਾ ਚਾਹੁੰਦੀ ਹੁੰਦੀ ਹੈ ਜਿਹਦੇ ਵਾਸਤੇ ਕੀ ਹੈ ਉਹਦੇ ਬੱਚੇ ਜਿਹੜੇ ਉਹਨਾਂ ਨੂੰ ਚੰਗੀ ਪਰਵਰਿਸ਼ ਦੇ ਸਕੇ ਜੀ। ਤੇ ਇਹਦੇ ਨਾਲ ਕੀ ਇੱਕ ਮੋਗਾ ਦੀ ਔਰਤ ਸੀਗੀ ਜਿਹਨੇ ਕੀ ਆਪਦੇ ਬੱਚਿਆਂ ਨੂੰ ਚੰਗੀ ਪਰਵਰਿਸ਼ ਦੇਣ ਵਾਸਤੇ, ਚੰਗਾ ਉਹਨਾਂ ਨੂੰ ਰਹਿਣ ਸਹਿਣ ਦੇਣ ਵਾਸਤੇ ਤੇ ਪੈਸੇ ਕਮਾਉਣ ਵਾਸਤੇ ਕੀ ਹੈ ਵਿਦੇਸ਼ਾਂ ਵਿੱਚ ਚਲੀ ਗਈ ਹੈ। ਤੇ ਕਿਸੇ ਇੱਕ ਔਰਤ ਦੇ ਉਹ ਝਾਂਸੇ 'ਚ ਆ ਗਈ ਹੈ, ਜਿਹੜੀ ਔਰਤ ਕੀ ਇੱਕ ਅੰਤਰਰਾਸ਼ਟਰੀ ਗਰੋਹ ਚਲਾਉਂਦੀ ਸੀਗੀ। ਉਹ ਕੀ ਆ ਔਰਤਾਂ ਨੂੰ ਵੇਚਦੀ ਸੀ, ਉਹਨੂੰ ਕੀ 3 ਲੱਖ ਦੇ ਵਿੱਚ ਉਹਨੂੰ ਵੇਚਿਆ ਗਿਆ ਤੇ ਉਹ ਔਰਤ ਨੂੰ ਉੱਥੇ ਜਿਹੜੀਆਂ ਰਹਿਣ ਵਾਲੀਆਂ ਕੁੜੀਆਂ ਸੀ ਉਹਨੂੰ 1 ਮਹੀਨਾ ਉੱਥੇ ਰੱਖਿਆ ਗਿਆ ਤੇ ਉਹਨੂੰ ਕੀ ਕਿਸੇ ਹੋਰ ਕੁੜੀਆਂ ਨਾਲ ਵੀ ਮਿਲਣ ਨਹੀਂ ਦਿੱਤਾ ਗਿਆ। ਸਿਰਫ ਪੰਜਾਬ ਦੀਆਂ 4 ਜਾਂ 5 ਕੁੜੀਆਂ ਸੀ ਉੱਥੇ ਜਿਹੜੀਆਂ ਵੇਚੀਆਂ ਗਈਆਂ ਜੀ। ਤਾਂ ਉੱਥੇ ਉਹਨੇ ਸੋਸ਼ਲ ਮੀਡੀਆ ਚਲਾਉਣ ਵਾਲੇ NGO ਦੇ ਨਾਲ ਇੱਕ ਸੰਪਰਕ ਕੀਤਾ ਜਿਹਦੇ ਨਾਲ ਕੀ ਉਹਨਾਂ ਨੇ ਉਹ ਔਰਤ ਦੇ ਪੂਰੇ ਗੈਂਗ ਨਾਲ ਜਿਹੜਾ ਸੰਪਰਕ ਕੀਤਾ ਤੇ ਉਹ ਔਰਤ ਨੂੰ ਜਿਹੜਾ ਵਾਪਸ ਲਿਆਂਦਾ ਗਿਆ। ਤੇ ਹੁਣ ਉਹਨਾਂ ਨੇ ਭਗਵੰਤ ਮਾਨ ਸਾਹਿਬ ਨੂੰ ਅਪੀਲ ਕੀਤੀ ਹੈ ਵੀ ਜਿਹੜੇ ਔਰਤਾਂ ਦੀ ਤਸਕਰੀ ਕਰਦੇ ਆ ਉਹਨਾਂ ਖਿਲਾਫ ਜਿਹੜੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਦੇਖੋ ਅਰਸ਼ ਜੀ, ਤੁਸੀਂ ਗੱਲ ਕੀਤੀ ਔਰਤ ਦੀ, ਤੁਸੀਂ ਗੱਲ ਕੀਤੀ ਸਨਮਾਨ ਦੀ। ਵੀ ਜਦੋਂ ਆਪਾਂ ਔਰਤਾਂ ਦੀ ਗੱਲ ਕਰਦੇ ਹਾਂ, ਚਾਹੇ ਉਹ ਆਪਦੇ ਬੱਚਿਆਂ ਨੂੰ ਪਾਲਣ ਲਈ, ਚਾਹੇ ਉਹ ਆਪਦੇ ਰਹਿਣ ਬਸੇਰੇ ਦੇ ਰੱਖਣ ਲਈ ਉਹ ਵਿਦੇਸ਼ਾਂ ਦੇ ਵਿੱਚ ਵੀ ਜਾਂਦੀਆਂ ਨੇ, ਉਹ ਇੱਥੇ ਰਹਿ ਕੇ ਵੀ ਕੰਮ ਕਰਦੀਆਂ ਨੇ। ਅਕਸਰ ਨਾ ਇੱਕ ਕਹਾਵਤ ਵੀ ਮਸ਼ਹੂਰ ਹੈ ਵੀ ਇੱਕ ਔਰਤ ਆਪਦੇ ਬੱਚਿਆਂ ਨੂੰ ਪਾਲਣ ਲਈ ਜਾਂ ਆਪਦੇ ਚਾਹੇ ਉਹਦੇ 5 ਨੇ 6 ਪੁੱਤਰ ਨੇ 6 ਧੀਆਂ ਨੇ ਜਿੰਨੇ ਵੀ ਉਹਦੇ ਬੱਚੇ ਆ ਉਹਨਾਂ ਨੂੰ ਪਾਲਣ ਲਈ ਹਰੇਕ ਕੰਮ ਕਰਦੀ ਹੈ, ਚਾਹੇ ਉਹ ਭਾਂਡੇ ਮਾਂਜਣਾ ਹੋਵੇ, ਚਾਹੇ ਉਹ ਆਪਾਂ ਕੋਈ ਹੋਰ ਕੰਮ ਕਹਿ ਲਈਏ ਲੋਕਾਂ ਦੇ ਘਰਾਂ ਵਿੱਚ ਕੰਮ ਕਰਨਾ ਹੋਵੇ। ਪਰ ਬਾਅਦ ਦੇ ਵਿੱਚ ਕੀ ਹੁੰਦਾ, ਜਦੋਂ ਬਜ਼ੁਰਗ ਹੋ ਜਾਂਦੀ ਹੈ ਫਿਰ ਉਹ 5-6 ਪੁੱਤਰਾਂ ਧੀਆਂ ਤੋਂ ਵੀ ਇੱਕ ਜਿਹੜੀ ਮਾਂ ਨਹੀਂ ਪਾਲੀ ਜਾਂਦੀ। ਸੋ ਇਸੇ ਤਰ੍ਹਾਂ ਹੀ ਔਰਤ ਦਾ ਸਨਮਾਨ ਜਦੋਂ ਕਰਦੇ ਆ, ਉਹ ਚਾਹੇ ਮਾਂ ਦੇ ਰੂਪ ਵਿੱਚ ਹੈ, ਚਾਹੇ ਉਹ ਪਤਨੀ ਦੇ ਰੂਪ ਵਿੱਚ ਹੈ, ਉਹ ਆਪਦੇ ਪਰਿਵਾਰ ਦੇ ਲਈ ਬਹੁਤ ਕੁਝ ਕਰਦੀ ਹੈ। ਉਹਨੂੰ ਜਿਸ ਹੱਦ ਤੱਕ ਉਹ ਕਰਨਾ ਚਾਹੁੰਦੀ ਹੈ ਉਸ ਹੱਦ ਤੱਕ ਉਹ ਕਰਦੀ ਵੀ ਹੈ। ਪਰ ਜਦੋਂ ਆਪਾਂ ਤਸਕਰੀ ਦੇ ਮਾਮਲੇ ਸੁਣਦੇ ਹਾਂ ਵੀ ਔਰਤਾਂ ਦੀ ਤਸਕਰੀ ਕੀਤੀ ਜਾਂਦੀ ਹੈ, ਉਹਨਾਂ ਨੂੰ ਵੇਚ ਦਿੱਤਾ ਜਾਂਦਾ ਹੈ, ਅਕਸਰ ਇਨਸਾਨ ਦਾ ਮੁੱਲ ਕੀ ਹੈ, ਉਹਦੀ ਜਿਹੜੀ ਜ਼ਿੰਦਗੀ ਉਹ ਤਾਂ ਬਹੁਤ ਅਨਮੁੱਲੀ ਹੈ ਨਾ, ਉਹ ਤਾਂ ਆਪਾਂ ਮੁੱਲ ਹੀ ਨਹੀਂ ਲਾ ਸਕਦੇ। ਉਹਦੀ ਇੱਕ ਜ਼ਿੰਦਗੀ ਦੇ ਵਿੱਚ ਉਹ ਕਿੰਨੇ ਕੰਮ ਕਰਦਾ, ਕਿੰਨੀਆਂ ਜਿਹੜੀਆਂ ਮਹਾਨ ਸ਼ਖਸੀਅਤਾਂ ਦੇ ਨਾਲ ਮਿਲਦਾ ਹੈ, ਆਪਸੀ ਲੋਕਾਂ ਦੇ ਵਿਚਾਰ ਵਟਾਂਦਰਾ ਕਰਦਾ, ਕਿਉਂਕਿ ਇੱਕ ਜ਼ਿੰਦਗੀ ਹੈ, ਇਹਦੇ ਵਿੱਚ ਆਪਾਂ ਬਹੁਤ ਕੁਝ ਕਰਕੇ ਜਾਂਦੇ ਹਾਂ। ਤੇ ਜਦੋਂ ਇਹੋ ਜਿਹੀਆਂ ਜ਼ਿੰਦਗੀਆਂ ਨੂੰ ਵੇਚ ਦਿੱਤਾ ਜਾਂਦਾ, ਕਿਸੇ ਹੋਰਾਂ ਦੇ ਹੱਥ ਪਾ ਦਿੱਤਾ ਜਾਂਦਾ, ਜਿੱਥੇ ਉਹ ਉਹਨਾਂ ਦਾ ਮਿਸਯੂਜ਼ ਕਰਦੇ ਆ, ਜਿਹਨਾਂ ਨੂੰ ਗਲਤ ਵਰਤੋਂ ਦੇ ਵਿੱਚ ਲਿਆਂਦਾ ਜਾਂਦਾ। ਇਸ ਤਰ੍ਹਾਂ ਜਦੋਂ ਆਪਾਂ ਇਹ ਤਸਕਰੀ ਦੇ ਮਾਮਲੇ ਸੁਣਦੇ ਹਾਂ ਤਾਂ ਕਿਤੇ ਨਾ ਕਿਤੇ ਇਹ ਲੱਗਦਾ ਵੀ ਹੁਣ ਜਿਹੜੀ ਅੱਜ ਦਾ ਜ਼ਮਾਨਾ, ਜਿਹੜੀ ਅੱਜ ਦੀ ਦੁਨੀਆ ਕਿੱਥੇ ਚਲੀ ਗਈ ਹੈ। ਇੱਕ ਸਮਾਂ ਹੁੰਦਾ ਸੀ ਜਦੋਂ ਗੁਰੂ ਨਾਨਕ ਦੇਵ ਜੀ ਦੇ ਸਮੇਂ ਵੇਲੇ ਜਦੋਂ ਔਰਤਾਂ ਨੂੰ ਤੰਗ ਕੀਤਾ ਜਾਂਦਾ ਸੀ, ਉਹਨਾਂ ਨੂੰ ਸਾੜ ਦਿੱਤਾ ਜਾਂਦਾ ਸੀ, ਉਦੋਂ ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀ ਵੀ ਸਤੀ ਪ੍ਰਥਾ ਨਹੀਂ ਹੋਣੀ ਚਾਹੀਦੀ, ਜਾਂ ਆਪਾਂ ਕਹਿ ਲਈਏ ਵੀ ਔਰਤਾਂ ਨੂੰ ਨਹੀਂ ਸਾੜਨ ਦਿੱਤਾ ਜਾਂਦਾ, ਕਿਉਂਕਿ ਉਹ ਵੀ ਇੱਕ ਰੱਬ ਦਾ ਰੂਪ ਕਹਿ ਲਈਏ, ਜੇ ਜਦੋਂ ਆਪਾਂ ਮਾਂ ਦੀ ਗੱਲ ਕਰਦੇ ਤਾਂ ਉਹਨੂੰ ਰੱਬ ਦਾ ਰੂਪ ਹੀ ਮੰਨਿਆ ਜਾਂਦਾ। ਪਰ ਇੱਥੇ ਕੀ ਹੋ ਰਿਹਾ, ਇੱਥੇ ਤਾਂ ਔਰਤਾਂ ਦੀ ਜਿਹੜੀ ਇੱਜ਼ਤ ਹੈ ਉਹੀ ਨਹੀਂ ਕੀਤੀ ਜਾ ਰਹੀ, ਔਰਤਾਂ ਨੂੰ ਉਹਨਾਂ ਦਾ ਮਨ ਦਾ ਸਨਮਾਨ ਹੀ ਨਹੀਂ ਦਿੱਤਾ ਜਾ ਰਿਹਾ। ਸਮਾਜ ਦੇ ਵਿੱਚ ਜਿੰਨਾ ਕੁ ਉਹਨਾਂ ਦਾ ਸਨਮਾਨ ਹੈਗਾ ਉਹਨਾਂ ਕੁ ਤਾਂ ਦਿਓ, ਉਹਨਾਂ ਕੁ ਤਾਂ ਤੁਸੀਂ ਉਹਨਾਂ ਜੋਗਾ ਕਰ ਸਕਦੇ ਹੋ। ਸੋ ਆਪਾਂ ਨੂੰ ਔਰਤਾਂ ਪ੍ਰਤੀ ਇੰਨਾ ਕੁ ਤਾਂ ਜਾਗਰੂਕ ਹੋਣਾ ਪਊਗਾ ਵੀ ਜੇਕਰ ਆਪਾਂ ਆਪਣਾ ਅਸੀਂ ਇੱਕ ਕਹਾਵਤ ਵੀ ਸੁਣੀ ਹੋਈ ਹੈ, ਕਈ ਵਾਰੀ ਅਗਲਾ ਕਹਿ ਦਿੰਦਾ ਨਾ, ਜਦੋਂ ਆਪਾਂ ਪੰਜਾਬੀਆਂ ਦੀ ਗੱਲ ਕਰਦੇ ਆ ਉਹ ਕਹਿ ਦਿੰਦੇ ਆ ਵੀ ਸਾਨੂੰ ਨਾ ਜਿਹੜੀ ਕੁੜੀ ਹੈ ਚਾਹੇ ਆਪਦੇ ਮੁੰਡੇ ਦੇ ਲਈ ਆ, ਉਹਨਾਂ ਦੀ ਨੂੰਹ ਉਹ ਸੋਹਣੀ ਚਾਹੀਦੀ ਹੈ। ਤੇ ਜਦੋਂ ਗੱਲ ਆਉਂਦੀ ਹੈ ਕੁੜੀ ਜੰਮਣ ਦੀ, ਉਦੋਂ ਕਹਿ ਦਿੰਦੇ ਆ ਵੀ ਸਾਡੇ ਨਾ ਜੰਮੇ ਤੇ ਗਵਾਂਢੀਆਂ ਦੇ ਜੰਮ ਪਏ। ਜਦੋਂ ਤੁਸੀਂ ਆਪਦਾ ਮੁੰਡਾ ਵਿਆਹੁਣਾ ਹੋਵੇ ਉੱਥੋਂ ਤੁਹਾਨੂੰ ਕੁੜੀ ਚਾਹੀਦੀ ਹੈ ਸੋਹਣੀ ਤੇ ਨੂੰਹ ਚਾਹੀਦੀ ਹੈ, ਪਰ ਜਦੋਂ ਜੰਮਣ ਦੀ ਗੱਲ ਆਉਂਦੀ ਹੈ, ਆਪਦੇ ਘਰੇ ਧੀ ਦੀ ਗੱਲ ਆਉਂਦੀ ਹੈ, ਉਦੋਂ ਆਪਾਂ ਕਹਿ ਦਿੰਦੇ ਆ ਵੀ ਦੂਜਿਆਂ ਦੇ ਘਰੇ ਜੰਮ ਪਏ। ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ, ਸਾਨੂੰ ਆਪਦੀ ਸੋਚ ਬਦਲਣੀ ਚਾਹੀਦੀ ਹੈ। ਹਾਂ, ਮੰਨਦੇ ਹਾਂ ਅੱਜ ਦੇ ਯੁੱਗ ਦੇ ਵਿੱਚ ਧੀਆਂ ਨੂੰ ਤੇ ਪੁੱਤਰਾਂ ਨੂੰ ਇੱਕ ਸਮਾਨ ਸਮਝਣ ਲੱਗ ਪਏ ਨੇ, ਕਈ ਲੋਕ ਨੇ ਜਿਹੜੇ ਸਮਝਦੇ ਨੇ, ਕਈ ਲੋਕ ਆਪਦੀਆਂ ਧੀਆਂ ਨੂੰ ਪੁੱਤਰਾਂ ਤੋਂ ਵੱਧ ਵੀ ਕਰਦੇ ਨੇ। ਪਰ ਕਿਤੇ ਨਾ ਕਿਤੇ ਹਜੇ ਜਿਹੜਾ ਪੰਜਾਬ ਦੇ ਵਿੱਚ ਕਈ ਪਿੰਡ ਕਹਿ ਲਾ ਮੈਂ ਜਾਂ ਕਈ ਲੋਕ ਕਹਿ ਲਾ ਪਿਛੜੇ ਹੋਏ ਨੇ, ਹਜੇ ਵੀ ਉਹ ਪੁਰਾਣੇ ਸਮੇਂ ਦੇ ਉਸ ਖਿਲਾਫਤਾਂ ਦੇ ਵਿੱਚ ਤੁਰੇ ਫਿਰਦੇ ਨੇ ਵੀ ਔਰਤ ਨੂੰ ਆਪਾਂ ਪਿੱਛੇ ਸੁੱਟਣਾ ਜਾਂ ਔਰਤ ਨੂੰ ਆਪਾਂ ਕੁਝ ਨਹੀਂ ਸਮਝਦੇ। ਸੋ ਆਪਾਂ ਨੂੰ ਬੇਨਤੀ ਹੈ ਵੀ ਸਰਕਾਰ ਵੀ ਇਹਨਾਂ ਤੇ ਕੰਮ ਕਰੇ, ਤਸਕਰੀ ਨੂੰ ਬੰਦ ਕਰੇ, ਜਾਂ ਜਿੱਥੇ ਉਹਨਾਂ ਨੂੰ ਲੱਗਦਾ ਵੀ ਇੱਥੇ ਔਰਤਾਂ ਨੂੰ ਲੋੜ ਹੈ, ਉਹਨਾਂ ਦੀ ਇੱਜ਼ਤ ਨੂੰ ਲੋੜ ਆ, ਵੀ ਉਹਨਾਂ ਨੂੰ ਸਹੂਲਤਾਂ ਦੇਣੀਆਂ ਚਾਹੀਦੀਆਂ ਜਾਂ ਉਹਨਾਂ ਨੂੰ ਸਿਕਿਉਰਿਟੀ ਦੇਣੀ ਚਾਹੀਦੀ ਆ, ਉੱਥੇ ਕਿਤੇ ਨਾ ਕਿਤੇ ਐਕਸ਼ਨ ਲੈਣੇ ਚਾਹੀਦੀ ਹੈ। ਜਾਂ ਜਿਹੜੇ ਇਹੋ ਜਿਹੇ ਗਰੋਹ ਆ ਜਿਹੜੇ ਵਿਦੇਸ਼ਾਂ ਦੇ ਵਿੱਚ ਔਰਤਾਂ ਨੂੰ ਲਿਜਾ ਕੇ ਵੇਚ ਦਿੰਦੇ ਆ, ਉਹਨਾਂ ਨੂੰ ਪਰਦਾਫਾਸ਼ ਕਰਕੇ ਉਹਨਾਂ ਨੂੰ ਲੱਭਣਾ ਚਾਹੀਦਾ। ਕਿਉਂਕਿ ਜਦੋਂ ਆਪਾਂ ਇਹੋ ਜਿਹੀਆਂ ਗੱਲਾਂ ਕਰਦੇ ਨਾ, ਜੇਕਰ ਆਪਾਂ 1-2 ਇਹੋ ਜਿਹੇ ਕਦਮ ਚੱਕ ਲਈਏ ਜਿਹਦੇ ਨਾਲ ਪੰਜਾਬ ਦੇ ਵਿੱਚ 2-3 ਜਿਹੜੇ ਇਹੋ ਜਿਹੇ ਕੰਮ ਕਰਦੇ ਫੜੇ ਜਾਣ, ਤਾਂ ਕਿਤੇ ਨਾ ਕਿਤੇ ਹੋਰਾਂ ਦੇ ਮਨ ਦੇ ਵਿੱਚ ਡਰ ਹੋਊਗਾ ਤੇ ਫਿਰ ਲੋਕ ਕੰਮ ਕਰਨ ਤੋਂ ਪਹਿਲਾਂ ਡਰਨਗੇ ਵੀ ਹਾਂ ਜੇਕਰ ਅਸੀਂ ਫੜੇ ਗਏ ਤਾਂ ਸਾਡੇ ਨਾਲ ਕੀ ਹੋਊਗਾ। ਸੋ ਸਰਕਾਰਾਂ ਨੂੰ ਚਾਹੀਦਾ ਇਸ ਦੇ ਪ੍ਰਤੀ ਸਖਤੀ ਦਿਖਾਉਣ, ਇਸ ਦੇ ਪ੍ਰਤੀ ਉਹ ਕੰਮ ਕਰਨ, ਤਾਂ ਜੋ ਪੰਜਾਬ ਦੇ ਵਿੱਚ ਬਿਹਤਰ ਇਸਤਰੀ ਦਾ ਸਨਮਾਨ, ਮੈਂ ਕਹਿ ਲਾ ਵੀ ਇਸਤਰੀ ਨੂੰ ਉਸ ਦੇ ਸਮਾਨ ਹੀ ਮੰਨਿਆ ਜਾਵੇ ਜਿਵੇਂ ਆਪਾਂ ਆਮ ਆਪਦੇ ਘਰਾਂ ਦੀਆਂ ਔਰਤਾਂ ਨੂੰ ਸਮਝਦੇ ਹਾਂ, ਉਵੇਂ ਦੂਜਿਆਂ ਦੀਆਂ ਔਰਤਾਂ ਨੂੰ ਵੀ ਸਮਝੀਏ। ਆਸ ਕਰਦੇ ਹਾਂ ਭਗਵੰਤ ਮਾਨ ਸਾਹਿਬ ਇਸ ਤੇ ਜ਼ਰੂਰ ਧਿਆਨ ਦੇਣਗੇ ਤੇ ਤਸਕਰੀ ਕਰਨ ਵਾਲਿਆਂ ਖਿਲਾਫ ਕਾਰਵਾਈ ਕਰਨਗੇ ਜੀ। ਤੁਸੀਂ ਦੇਖ ਰਹੇ ਸੀ ਵਿਰਾਸਤ ਟੀਵੀ ਤੇ ਸਾਡਾ ਖਾਸ ਪ੍ਰੋਗਰਾਮ। ਸਤਿ ਸ਼੍ਰੀ ਅਕਾਲ। ਜੇਕਰ ਤੁਹਾਨੂੰ ਸਾਡਾ ਇਹ ਪ੍ਰੋਗਰਾਮ ਪਸੰਦ ਆਇਆ
ਤਾਂ ਸਾਡੇ YouTube ਤੇ ਵਿਰਾਸਤ ਮੀਡੀਆ ਕੈਨੇਡਾ ਦੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਤੇ ਹੋਰ ਬਹੁਤ ਸਾਰੀਆਂ ਅਪਡੇਟਸ ਲਈ Facebook ਪੇਜ ਫੋਲੋ ਕਰ ਸਕਦੇ ਹੋ। ਤਦ ਤੱਕ ਲਈ ਦੇਖਦੇ ਰਹੋ ਵਿਰਾਸਤ ਟੀਵੀ, ਸਾਡੀ ਵਿਰਾਸਤ ਸਾਡੀ ਪਹਿਚਾਣ।